ਤੁਹਾਡਾ ਵੀਰ ਡਾਕਟਰ ਹਰੀਸ਼ ਮਲਹੋਤਰਾ ਅੱਜ ਫਿਰ 7 ਦਸੰਬਰ 2021 ਨੂੰ ਹਫ਼ਤਾਵਾਰੀ ਪ੍ਰੋਗਰਾਮ ਸੋਚ ਦਾ ਸਫ਼ਰ ਲੈ ਕੇ ਹਾਜ਼ਰ ਹਾਂ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਪਹਿਲਾਂ ਮੈਂ ਆਪਣੀ ਕਿਤਾਬ ਵਿੱਚੋਂ ਇੱਕ ਲੇਖ ਪੜ੍ਹਦਾ ਅਤੇ ਫਿਰ ਤੁਹਾਡੇ ਟੈਲੀਫੋਨ ਦੇ ਰਾਹੀਂ ਉਹਨਾਂ ਨੁਕਤਿਆਂ 'ਤੇ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰਦਾ ਜੋ ਮੈਂ ਉਸ ਲੇਖ ਵਿੱਚ ਉਠਾਏ ਹੁੰਦੇ ਹਨ ਅਤੇ ਜਾਂ ਕੁਛ ਨੁਕਤੇ ਜਿਹੜੇ ਹੈਗੇ ਨਹੀਂ ਉਠਾਏ ਹੁੰਦੇ। ਅਤੇ ਅੱਜ ਵੀ ਜਿਹੜਾ ਹੈਗਾ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਮੈਂ ਸਮਾਜਿਕ ਮਸਲੇ ਲੈ ਕੇ ਆਉਣਾ ਅਤੇ ਜਿਹੜੀ ਮੇਰੀ ਕਿਤਾਬ ਹੈਗੀ ਆ ਉਹ ਸਫਲਤਾ ਦੇ ਭੇਦ ਜਿਹਦੇ ਵਿੱਚੋਂ ਮੈਂ ਅੱਜ ਕੱਲ੍ਹ ਲੇਖ ਯਾਨੀ ਕਿ ਪੜ੍ਹ ਰਿਹਾ ਹੈਗਾ। ਅਤੇ ਅੱਜ ਦਾ ਲੇਖ ਵੀ ਜਿਹੜਾ ਮੈਂ ਲੈ ਕੇ ਆਇਆ ਹੈਗਾ ਉਹਦਾ ਨਾਂ ਹੈ ਗੁੱਸਾ, ਐਂਗਰ। ਅਤੇ ਤੁਸੀਂ ਟੈਲੀਫੋਨ ਕਾਲ ਜਿਹੜੀਆਂ ਹੁਣ ਤੋਂ ਹੀ ਲਾਈਨ ਅਪ ਕਰ ਸਕਦੇ ਹਾਂ। ਸਾਡਾ ਨੰਬਰ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਉਹ ਸਕਰੀਨ ਦੇ ਥੱਲੇ ਵੀ ਆ ਰਿਹਾ ਹੈਗਾ 0300 770 2246। ਅਤੇ ਜੇ ਤੁਸੀਂ ਬਰਤਾਨੀਆ ਤੋਂ ਬਾਹਰ ਤੋਂ ਟੈਲੀਫੋਨ ਕਰ ਰਹੇ ਹੈਗੇ ਤਾਂ ਫਿਰ ਤੁਹਾਨੂੰ 0044 300 770 2246 ਸਾਰਾ ਨੰਬਰ ਘੁਮਾਉਣਾ ਪਊਗਾ। ਮੈਂ ਇਹ ਲੇਖ ਪੜ੍ਹਦਾ ਅਤੇ ਮੈਂ ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਟੈਲੀਫੋਨ 'ਤੇ ਗੱਲਬਾਤ ਕਰਦਾ। ਜੇ ਪੀਣਾ ਤਾਂ ਗੁੱਸੇ ਨੂੰ ਪੀ, ਇਹ ਲਫ਼ਜ਼ ਯੂਨਾਨ ਦੇ ਮਹਾਨ ਫਿਲਾਸਫਰ ਸੁਕਰਾਤ ਦੇ ਹਨ। ਪੰਜਾਬੀ ਦੀ ਵੀ ਕਹਾਵਤ ਹੈ ਕਿ ਗੁੱਸਾ ਚੰਡਾਲ ਹੈ। ਗੁੱਸਾ ਉਸ ਵੇਲੇ ਸਮੱਸਿਆ ਦਾ ਰੂਪ ਅਖਤਿਆਰ ਕਰ ਲੈਂਦਾ ਹੈ ਜਦ ਇਹ ਉੱਚੀ ਸੁਰ ਵਿੱਚ ਬਾਰ-ਬਾਰ ਆਉਣ ਲੱਗ ਪੈਂਦਾ ਹੈ ਅਤੇ ਪਾਰਾ ਬਹੁਤ ਦੇਰ ਤੱਕ ਚੜ੍ਹਿਆ ਰਹਿੰਦਾ ਹੈ। ਇਸ ਤੋਂ ਅਗਲਾ ਪੜਾਅ ਮਾਰ ਕੁਟਾਈ ਅਤੇ ਹੱਥੋਂ-ਪਾਈ ਦਾ ਹੈ, ਜਿਸ ਨਾਲ ਗੱਲ ਗੰਭੀਰਤਾ ਦੀ ਹੱਦ ਤੱਕ ਜਾ ਪੜਦੀ ਹੈ ਅਤੇ ਕਾਨੂੰਨ ਦੀਆਂ ਹੱਦਾਂ ਵੀ ਪਾਰ ਕਰ ਜਾਂਦੀ ਹੈ। ਗੰਭੀਰ ਸਰੀਰਕ ਨੁਕਸਾਨ ਅਤੇ ਕਤਲ ਇਸੇ ਕਤਾਰਬੰਦੀ ਵਿੱਚ ਆਉਂਦੇ ਹਨ। ਗੁੱਸੇ ਦੇ ਕਾਰਨਾਂ ਦੀ ਚੀਰ-ਫਾੜ ਕਰੀਏ ਤਾਂ ਸਾਨੂੰ ਲੱਗਦਾ ਹੈ ਕਿ ਇਹ ਗੱਲ ਸਿਰਫ ਗੁੱਸੇ ਵਾਲੇ ਮੂਡ 'ਤੇ ਹੀ ਖੜ੍ਹ ਜਾਂਦੀ ਹੈ। ਕਿਸੇ ਦੀ ਕੋਈ ਗੱਲ ਜਾਂ ਵਿਵਹਾਰ ਜਦ ਸਾਡੇ ਫਿੱਟ ਨਹੀਂ ਬੈਠਦਾ ਤਾਂ ਗੁੱਸੇ ਦਾ ਧੂੰਆਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਫਿਰ ਧੂੰਏਂ ਤੋਂ ਬਾਅਦ ਜਦ ਗੁੱਸੇ ਦੀਆਂ ਲਾਟਾਂ ਨਿਕਲਣ ਲੱਗ ਪੈਣ ਤਾਂ ਫਿਰ ਸਾਨੂੰ ਕੁਝ ਯਾਦ ਨਹੀਂ ਰਹਿੰਦਾ। ਅਸੀਂ ਅਕਸਰ ਗੁੱਸੇ ਦੇ ਕਾਰਨਾਂ ਦਾ ਤੋੜਾ ਬਾਰ-ਬਾਰ ਸੁੱਟਦੇ ਹਾਂ, ਯਾਨੀ ਕਿ ਫਲਾਣੀ ਘਟਨਾ ਕਰਕੇ ਮੈਂ ਤੈਸ਼ ਵਿੱਚ ਆ ਗਿਆ, ਜਾਂ ਧਮਕਾਣੇ ਨੇ ਇਸ ਤਰ੍ਹਾਂ ਕੀਤਾ, ਜਾਂ ਕਿਹਾ ਤਾਂ ਮੇਰਾ ਮਨ ਬਲੂੰਦਰਿਆ ਗਿਆ ਅਤੇ ਮੈਂ ਆਪੇ ਤੋਂ ਬਾਹਰ ਹੋ ਗਿਆ। ਮਨੋਵਿਗਿਆਨਕਾਂ ਦਾ ਖਿਆਲ ਹੈ ਕਿ ਗੁੱਸੇ ਦਾ ਮੁੱਖ ਕਾਰਨ ਸਾਡਾ ਮੂਡ ਹੈ, ਪਰ ਉਹਨਾਂ ਦਾ ਕਹਿਣਾ ਹੈ ਕਿ ਮੂਡ ਤੋਂ ਬਿਨਾਂ ਇਹ ਹੋਰ ਵੀ ਕਾਰਨ ਹਨ। ਗੁੱਸੇ ਨੂੰ ਠੀਕ ਤਰ੍ਹਾਂ ਸਮਝਣ ਲਈ ਸਾਨੂੰ ਇਹਦੇ ਸਾਰੇ ਪੱਖ ਘੋਖਣੇ ਪੈਣਗੇ ਕਿ ਇਹਨਾਂ ਦਾ ਆਪਸੀ ਤਾਲਮੇਲ ਕੀ ਹੈ ਜੋ ਸਾਨੂੰ ਉਬਲਣ ਲਾ ਦਿੰਦਾ ਹੈ। ਸਾਨੂੰ ਗੁੱਸੇ ਦੇ ਜਾਤੀ ਕਾਰਨਾਂ ਜਿਵੇਂ ਮੂਡ, ਵਿਚਾਰ, ਚੁਭਵੀਂ ਗੱਲ ਦਾ ਕਿਵੇਂ ਮੋੜ ਦੇਣਾ ਅਤੇ ਭੜਕ ਪੈਣਾ ਨੂੰ ਇੱਕ ਪਾਸੇ ਰੱਖ ਕੇ ਬਾਹਰੀ ਪੱਖਾਂ ਜਾਂ ਆਲੇ ਦੁਆਲੇ ਦੇ ਵੀ ਪੜਤਾਲ ਕਰਨੀ ਪਵੇਗੀ ਕਿ ਇਹਨਾਂ ਪੱਖਾਂ ਵਿੱਚ ਆ ਰਹੀ ਜਾਂ ਆਈ ਤਬਦੀਲੀ ਦਾ ਅਸੀਂ ਕਿਵੇਂ ਮੋੜ ਦੇਣਾ ਹੈ। ਮੋਟੇ ਲਫ਼ਜ਼ਾਂ ਵਿੱਚ ਕਿਹਾ ਜਾਵੇ ਤਾਂ ਗੁੱਸਾ ਇਸ ਕਰਕੇ ਆਉਂਦਾ ਹੈ ਕਿ ਹੋਰਾਂ ਨਾਲ ਸਾਨੂੰ ਸਮੱਸਿਆਵਾਂ ਹਨ। ਕਰਜ਼ਾ ਅਤੇ ਉਹਦੇ ਨਾਲ ਜੁੜੀਆਂ ਸਮੱਸਿਆਵਾਂ, ਬੱਸੋਂ ਬਾਹਰੀਆਂ ਘਟਨਾਵਾਂ ਜਾਂ ਹਾਲਾਤ ਅਤੇ ਤਣਾਅ ਵਾਲੇ ਹਾਲਾਤ ਜਿਨ੍ਹਾਂ ਕਰਕੇ ਸਾਡੇ ਕੋਲ ਆਪਣੇ ਲਈ ਕੋਈ ਸਮਾਂ ਨਹੀਂ ਰਹਿੰਦਾ। ਹੁਣ ਇਹਨਾਂ ਗੱਲਾਂ ਦਾ ਸਾਡੇ ਵਿਚਾਰਾਂ 'ਤੇ ਕੀ ਅਸਰ ਪੈਂਦਾ ਹੈ ਜਾਂ ਅਸੀਂ ਕੀ ਸੋਚਣ ਲੱਗ ਪੈਂਦੇ ਹਾਂ। ਸਾਡੇ ਵਿਚਾਰਾਂ ਵਿੱਚ ਗਰਮਜੋਸ਼ੀ ਆ ਜਾਂਦੀ ਹੈ ਕਿ ਉਹ ਮੇਰਾ ਥੱਲਾ ਲਾ ਰਿਹਾ। ਇਸ ਗੱਲ ਨਾਲ ਸਾਡਾ ਚਿੜਚਿੜਾਪਣ ਵੱਧ ਜਾਂਦਾ ਹੈ ਅਤੇ ਅਸੀਂ ਗੁੱਸੇ ਵਿੱਚ ਆ ਜਾਂਦੇ ਹਾਂ ਅਤੇ ਫੁੰਕਾਰੇ ਮਾਰਨ ਲੱਗ ਪੈਂਦੇ ਹਾਂ। ਸਾਡਾ ਸਾਹ ਤੇਜ਼ੀ ਨਾਲ ਆਉਣ ਲੱਗ ਪੈਂਦਾ ਹੈ ਅਤੇ ਦਿਲ ਦੀ ਧੜਕਣ ਗਤੀ ਫੜ ਲੈਂਦੀ ਹੈ। ਇਸ ਤੋਂ ਬਾਅਦ ਕਲੇਸ਼ ਸ਼ੁਰੂ ਹੋ ਜਾਂਦਾ ਹੈ, ਗੁੱਸੇ ਦਾ ਪਾਰਾ ਚੜ੍ਹ ਜਾਂਦਾ ਹੈ ਅਤੇ ਗਰਮਾ ਗਰਮ ਬਹਿਸ ਸ਼ੁਰੂ ਹੋ ਜਾਂਦੀ ਹੈ। ਇਸ ਹਾਲਤ ਵਿੱਚ ਹੱਥੋਂ-ਪਾਈ, ਗਾਲੀ ਗਲੋਚ, ਮਿਹਣੇ ਤਾਨੇ ਅਤੇ ਦਿਲ ਦਿਖਾਊ ਗੱਲਾਂ ਦੀ ਬਾਛੜ ਤਾਂ ਕੀਤੀ ਹੀ ਜਾਂਦੀ ਹੈ, ਸਗੋਂ ਸਰੀਰਕ ਹਮਲਾ ਕੀਤਾ ਜਾ ਸਕਦਾ ਹੈ ਜਿਹਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ। ਜਾਂ ਇਸ ਹਾਲਾਤ ਵਿੱਚ ਕਿਨਾਰਾਕਸ਼ੀ ਕਰ ਜਾਂਦੇ ਹਨ। ਜਦ ਅਸੀਂ ਗੁੱਸੇ ਦੀਆਂ ਲਾਟਾਂ ਛੱਡਦੇ ਹਾਂ ਤਾਂ ਅੱਗਿਓਂ ਵੀ ਇਹੋ ਜਿਹਾ ਹੀ ਮੋੜਵਾਂ ਜਵਾਬ ਮਿਲਦਾ ਹੈ ਤਾਂ ਗੁੱਸਾ ਵੱਧ ਵੀ ਸਕਦਾ ਹੈ ਜਾਂ ਸ਼ਾਂਤ ਵੀ ਹੋ ਸਕਦਾ ਹੈ। ਗੱਲ ਫਿਰ ਮਾੜੀ ਹਾਲਤ ਵਿੱਚ ਵਿਸ ਘੋਲਣ ਤੱਕ ਵੀ ਰਹਿ ਸਕਦੀ ਹੈ ਕਿ ਮੌਕਾ ਮਿਲਣ 'ਤੇ ਸਬਕ ਜ਼ਰੂਰ ਸਿਖਾਇਆ ਜਾਵੇਗਾ। ਇਹ ਗੱਲ ਵੀ ਯਾਦ ਰੱਖਣ ਵਾਲੀ ਹੈ ਕਿ ਸਾਨੂੰ ਉਸ ਵੇਲੇ ਵੀ ਤੱਤ ਚੜ੍ਹ ਜਾਂਦਾ ਹੈ ਜਦ ਪੁਰਾਣੀਆਂ ਘਿਨਾਉਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਜਾਂਦਾ ਹੈ ਜਾਂ ਕੁਝ ਪੜ੍ਹਿਆ ਜਾਂ ਦੇਖਿਆ ਜਾਂਦਾ ਹੈ।
ਇਹ ਘਟਨਾਵਾਂ ਗੁੱਸੇ ਵਾਲੀਆਂ ਨਹੀਂ ਹਨ, ਸਗੋਂ ਉਹਨਾਂ ਲਈ ਪ੍ਰਤੀਕਰਮ ਹੈ ਜੋ ਸਾਨੂੰ ਗੁੱਸਾ ਦਿਵਾਉਂਦਾ ਹੈ। ਕੁਝ ਲੋਕਾਂ ਦਾ ਪਾਰਾ ਬਹੁਤ ਜਲਦੀ ਛੜੱਪੇ ਮਾਰ ਜਾਂਦਾ ਹੈ ਕਿਉਂਕਿ ਉਹਨਾਂ ਵਿੱਚ ਸਹਿਣਸ਼ੀਲਤਾ ਦਾ ਮਾਦਾ ਘੱਟ ਹੁੰਦਾ ਹੈ। ਖੋਜ ਦੁਆਰਾ ਇਹ ਵੀ ਪਤਾ ਲੱਗਾ ਹੈ ਕਿ ਕਈ ਲੋਕ ਜਮਾਂਦਰੂ ਵੀ ਇਹੋ ਜਿਹੇ ਹੋ ਸਕਦੇ ਹਨ ਅਤੇ ਇਹ ਵੀ ਕਿ ਉਹਨਾਂ ਇਹ ਅਜੇ ਸਿੱਖਿਆ ਨਹੀਂ ਹੈ ਕਿ ਆਪਣੇ ਗੁੱਸੇ ਵਾਲੀਆਂ ਭਾਵਨਾਵਾਂ ਨੂੰ ਕਿਵੇਂ ਜ਼ਾਹਰ ਕਰਨਾ ਹੈ। ਇਹਨਾਂ ਭਾਵਨਾਵਾਂ ਨੂੰ ਗੁੱਸੇ ਦੀ ਬਜਾਏ ਕਿਸੇ ਹੋਰ ਤਰੀਕੇ ਨਾਲ ਵੀ ਜਗ ਜ਼ਾਹਰ ਕੀਤਾ ਜਾ ਸਕਦਾ ਹੈ। ਇਹ ਵੀ ਮੰਨਿਆ ਗਿਆ ਹੈ ਕਿ ਬਹੁਤ ਜ਼ਿਆਦਾ ਗੁੱਸੇ ਵਿੱਚ ਆਉਣਾ ਕਦੇ ਵੀ ਸਾਡੀ ਮਦਦ ਨਹੀਂ ਕਰਦਾ ਅਤੇ ਇਹਦਾ ਸਦਾ ਨੁਕਸਾਨ ਹੀ ਹੁੰਦਾ ਹੈ। ਇਹ ਕਹਿਣਾ ਕਿ ਗੁੱਸਾ ਸਾਨੂੰ ਚੰਗਾ ਮਹਿਸੂਸ ਕਰਾਉਂਦਾ ਹੈ ਬਿਲਕੁਲ ਗਲਤ ਹੈ। ਖੋਜ ਦੁਆਰਾ ਇਹ ਵੀ ਪਤਾ ਲੱਗਾ ਹੈ ਕਿ ਜੇਕਰ ਗੁੱਸਾ ਕਾਬੂ ਤੋਂ ਬਾਹਰ ਹੋ ਜਾਵੇ ਤਾਂ ਤੁਸੀਂ ਆਪ ਵੀ ਆਪੇ ਤੋਂ ਬਾਹਰ ਹੋ ਜਾਂਦੇ ਹੋ। ਗੁੱਸੇ ਦੀ ਭੱਠੀ ਵਿੱਚ ਜਲਣ ਦਾ ਮਤਲਬ ਹੈ ਕਿ ਤੁਸੀਂ ਹਾਲਾਤ ਨੂੰ ਅਜੇ ਕਾਬੂ ਕਰਨਾ ਨਹੀਂ ਸਿੱਖਿਆ। ਵਧੀਆ ਗੱਲ ਇਹੀ ਹੈ ਕਿ ਤੁਸੀਂ ਆਪਣੇ ਗੁੱਸੇ ਨੂੰ ਸਮਝਣ ਦੀ ਕੋਸ਼ਿਸ਼ ਕਰੋ ਅਤੇ ਇਹਨੂੰ ਨੱਥ ਪਾਓ। ਗੁੱਸੇ ਵਾਲੇ ਵਿਚਾਰ। ਅਸੀਂ ਦੇਖਿਆ ਹੈ ਕਿ ਕਈ ਵਿਚਾਰ ਸਾਨੂੰ ਗੁੱਸਾ ਚੜ੍ਹਾਉਂਦੇ ਹਨ, ਪਰ ਅਕਸਰ ਦੇਖਣ ਵਿੱਚ ਆਇਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਗੁੱਸੇ ਦੀ ਸਮੱਸਿਆ ਹੁੰਦੀ ਹੈ ਉਹਨਾਂ ਨੂੰ ਗੁੱਸੇ ਵਾਲੇ ਵਿਚਾਰਾਂ ਦਾ ਪਤਾ ਨਹੀਂ ਲੱਗਦਾ। ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਗੁੱਸੇ ਨੂੰ ਕਾਬੂ ਕਰੀਏ ਅਤੇ ਤੱਥ ਚੜ੍ਹੇ ਵਿਚਾਰਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਲਲਕਾਰੀਏ। ਇਹ ਲੋਹ ਲਾਖੇ ਵਿਚਾਰ ਸਾਡੇ ਮਨ ਵਿੱਚ ਜਦ ਉਤਰਦੇ ਹਨ ਤਾਂ ਅਸੀਂ ਬਹੁਤ ਬੁਰਾ ਮਹਿਸੂਸ ਕਰਦੇ ਹਾਂ ਅਤੇ ਇਹ ਵਿਚਾਰ ਵਾਰ-ਵਾਰ ਆਉਣ ਲੱਗ ਪੈਂਦੇ ਹਨ, ਜਿਵੇਂ ਕਿ ਉਹ ਕਿੰਨਾ ਮੂਰਖ ਹੈ, ਤੂੰ ਮੈਨੂੰ ਬੁੱਧੂ ਬਣਾ ਰਿਹਾ, ਤੂੰ ਬਹੁਤ ਮਤਲਬ ਪ੍ਰਸਤ ਹੈ, ਮੈਨੂੰ ਇਸ ਥਾਂ ਨਾਲ ਨਫ਼ਰਤ ਹੈ, ਮੈਂ ਤੈਨੂੰ ਸਬਕ ਸਿਖਾ ਕੇ ਹੀ ਸਾਹ ਲਵਾਂਗਾ, ਤੈਨੂੰ ਮੈਂ ਬੰਦੇ ਦਾ ਪੁੱਤ ਬਣਾਵਾਂਗਾ ਆਦਿ। ਇਹੋ ਜਿਹੀਆਂ ਹੋਰ ਵੀ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ। ਇਹਨਾਂ ਗਰਮ ਵਿਚਾਰਾਂ ਨੂੰ ਹਵਾ ਦੇਣ ਵਿੱਚ ਸਾਡੀ ਢਾਊ ਵਿਚਾਰਧਾਰਾ ਸਹਾਇਤਾ ਕਰਦੀ ਹੈ। ਸਾਨੂੰ ਹੁਣ ਇਹ ਦੇਖਣਾ ਚਾਹੀਦਾ ਹੈ ਕਿ ਅਸੀਂ ਆਪਣੀ ਸੋਚਣੀ ਵਿੱਚ ਕਿੱਥੇ ਗਲਤੀ ਕਰ ਰਹੇ ਹਾਂ। ਅਕਸਰ ਜਿਹੜੇ ਲੋਕ ਮਾਰਖੋਰੇ ਹੁੰਦੇ ਹਨ ਉਹ ਹਰ ਗੱਲ ਜਾਤੀ ਬਣਾ ਲੈਂਦੇ ਹਨ ਕਿ ਇਹ ਮੇਰੇ ਬਾਰੇ ਹੀ ਗੱਲ ਹੋ ਰਹੀ ਹੈ ਅਤੇ ਫਿਰ ਇਸ ਨਾਲ ਦੁੱਖ ਮਹਿਸੂਸ ਕਰਦੇ ਹਨ। ਉਹ ਇਸ ਦੀ ਤਵੱਕੋ ਵੀ ਕਰਦੇ ਹਨ। ਉਦਾਹਰਨ ਦੇ ਤੌਰ 'ਤੇ ਅਗਰ ਕਿਸੇ ਨੂੰ ਕਿਸੇ ਦੁਕਾਨ ਜਾਂ ਸੁਪਰਮਾਰਕੀਟ ਵਿੱਚ ਕੋਈ ਮਿਲਦਾ ਹੈ ਤਾਂ ਉਸ ਨੂੰ ਨਹੀਂ ਬੁਲਾਉਂਦਾ ਤਾਂ ਅਗਲਾ ਮਹਿਸੂਸ ਕਰੇਗਾ ਕਿ ਇਹ ਮੈਨੂੰ ਪਸੰਦ ਨਹੀਂ ਕਰਦਾ, ਜਦੋਂ ਕਿ ਸੱਚਾਈ ਇਹ ਵੀ ਹੋ ਸਕਦੀ ਹੈ ਕਿ ਉਹ ਇਨਸਾਨ ਸ਼ਾਇਦ ਆਪਣੀਆਂ ਚਿੰਤਾਵਾਂ ਵਿੱਚ ਗਲਤਾਨ ਹੋਵੇ ਜਾਂ ਵੈਸੇ ਹੀ ਪਬਲਿਕ ਥਾਵਾਂ 'ਤੇ ਗੱਲ ਕਰਨ ਵੇਲੇ ਸ਼ਰਮਾਕਲ ਹੋਵੇ। ਇਸੇ ਤਰ੍ਹਾਂ ਹੀ ਅਗਰ ਕੋਈ ਕਿਸੇ ਵੇਲੇ ਜ਼ਿਆਦਾ ਹੀ ਧਿਆਨ ਦੇਵੇ ਤਾਂ ਮੂਹਰਿਓਂ ਅਗਲਾ ਇਨਸਾਨ ਇਹ ਬੋਲਣ ਲੱਗ ਪਵੇ ਕਿ ਕੀ ਮੈਂ ਕੋਈ ਮੂਰਖਤਾ ਕਰ ਰਿਹਾ, ਜਦੋਂ ਕਿ ਸੱਚਾਈ ਇਹ ਵੀ ਹੋ ਸਕਦੀ ਹੈ ਕਿ ਅਗਲਾ ਵੈਸੇ ਹੀ ਉੱਧਰ ਨੂੰ ਵੇਖ ਰਿਹਾ ਹੋਵੇ। ਜੇਕਰ ਕੋਈ ਇਸ ਤਰ੍ਹਾਂ ਸੋਚਦਾ ਵੀ ਹੈ ਕਿ ਮੈਂ ਕੋਈ ਉਜੜਪਣਾ ਕਰ ਰਿਹਾ ਤਾਂ ਇਹ ਉਸ ਸੋਚਣ ਵਾਲੇ ਜਾਂ ਵਾਲੇ ਦੀ ਸਮੱਸਿਆ ਹੋ ਸਕਦੀ ਹੈ, ਤੁਹਾਡੀ ਨਹੀਂ। ਸਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਮੈਂ ਕੀ ਕਰ ਰਿਹਾ। ਆਪਣੇ ਵਰਤਾਅ 'ਤੇ ਕਿਸੇ ਦੀ ਮੋਹਰ ਲਾਉਣ ਦੀ ਸਾਨੂੰ ਕਿਉਂ ਲੋੜ ਹੈ। ਉਹ ਲੋਕ ਜਿਨ੍ਹਾਂ ਨੂੰ ਅਕਸਰ ਗੁੱਸਾ ਚੜ੍ਹ ਜਾਂਦਾ ਹੈ ਉਹ ਆਪਣੇ ਵਿਚਾਰਾਂ ਨੂੰ ਨਾ ਪੱਖ 'ਤੇ ਕੇਂਦਰਿਤ ਕਰਦੇ ਹਨ ਅਤੇ ਮਾੜੀਆਂ ਵਾਪਰੀਆਂ ਘਟਨਾਵਾਂ ਨੂੰ ਚਿਤਵਦੇ ਰਹਿੰਦੇ ਹਨ। ਉਹ ਹਾਂ ਪੱਖੀ ਵਿਚਾਰਾਂ ਜਾਂ ਪੋਜ਼ੀਟਿਵ ਸੋਚ ਦਾ ਹਲਾਰਾ ਦੇਣ ਵਾਲੀਆਂ ਘਟਨਾਵਾਂ ਤੋਂ ਕਿਨਾਰਾਕਸ਼ੀ ਕਰਦੇ ਹਨ। ਅਸੀਂ ਇਸੇ ਕਰਕੇ ਆਪਣੇ ਨਜ਼ਦੀਕ ਵਾਲੇ ਲੋਕਾਂ ਨਾਲ ਖਫਾ ਹੋ ਜਾਂਦੇ ਹਾਂ। ਉਹਨਾਂ ਦੀ ਇੱਕ ਅੱਧੀ ਨਾ ਚੰਗੀ ਲੱਗਣ ਵਾਲੀ ਗੱਲ ਸਾਡੇ 'ਤੇ ਗਹਿਰਾ ਘਾਣ ਕਰ ਦਿੰਦੀ ਹੈ ਅਤੇ ਉਹਨਾਂ ਦੀਆਂ ਢੇਰ ਸਾਰੀਆਂ ਕੀਤੀਆਂ ਚੰਗੀਆਂ ਗੱਲਾਂ 'ਤੇ ਝੱਟ ਪੋਚਾ ਫੇਰ ਦਿੰਦੇ ਹਾਂ। ਇਹ ਸਮੱਸਿਆ ਸਾਡੀ ਆਪਣੀ ਹੈ, ਕਿਸੇ ਹੋਰ ਦੀ ਨਹੀਂ। ਜਿਹੜੇ ਲੋਕ ਹਰ ਕੰਮ ਨੂੰ 100% ਟਿਪ ਟੌਪ ਦੇਖਣਾ ਚਾਹੁੰਦੇ ਹਨ ਉਹ ਇਸ ਗੱਲ 'ਤੇ ਵੀ ਇਹ ਗੱਲ ਆਪਣੇ 'ਤੇ ਵੀ ਲਾਗੂ ਕਰਦੇ ਹਨ ਅਤੇ ਆਸ ਕਰਦੇ ਹਨ ਕਿ ਉਹਨਾਂ ਦੇ ਆਲੇ ਦੁਆਲੇ ਦੇ ਲੋਕ ਵੀ ਇਸੇ ਸੰਚੇ 'ਚ ਢਲਣ ਅਤੇ ਜਦ ਗੱਲ ਇਸ ਤਰ੍ਹਾਂ ਨਹੀਂ ਬਣਦੀ ਤਾਂ ਉਹ ਤੱਤ ਦੀ ਪੌੜੀ ਚੜ੍ਹ ਜਾਂਦੇ ਹਨ। ਉਹ ਮਹਿਸੂਸ ਕਰਦੇ ਹਨ ਕਿ ਇਹ ਗੱਲ ਕੰਮ ਮੇਰੇ ਸਟੈਂਡਰਡ 'ਤੇ ਪੂਰਾ ਨਹੀਂ ਉਤਰਦਾ ਹੈ ਅਤੇ ਮੈਨੂੰ ਬੁਰੀ ਤਰ੍ਹਾਂ ਥੱਲਾ ਲਾ ਦਿੱਤਾ ਗਿਆ ਅਤੇ ਮੇਰਾ ਬੁਰੀ ਤਰ੍ਹਾਂ ਥੱਲਾ ਲਾ ਦਿੱਤਾ ਗਿਆ ਹੈ। ਇਹ ਵਿਚਾਰ ਉਹਨਾਂ ਨੂੰ ਦੁਖੀ ਕਰਦਾ ਹੈ ਅਤੇ ਗੁੱਸਾ ਚੜ੍ਹਾਉਂਦਾ ਹੈ। ਅਗਰ ਤੁਹਾਡੀ ਕਿਸੇ ਨਾਲ ਦੋਸਤੀ ਹੈ ਤਾਂ ਇੱਕ ਮੌਕਾ ਐਸਾ ਆਇਆ ਕਿ ਦੋਸਤ ਤੁਹਾਡੀ ਆਸ ਮੁਤਾਬਕ ਠੀਕ ਨਹੀਂ ਉਤਰਿਆ ਤਾਂ ਅਗਰ ਉਸ ਇੱਕ ਵਾਕਿਆ ਨੂੰ ਅਸੀਂ ਦਿਲ 'ਤੇ ਡੂੰਘੇ ਜ਼ਖਮ ਵਾਂਗ ਲਾ ਲਈਏ ਤਾਂ ਅਸੀਂ ਦੋਸਤੀ ਗਵਾ ਬੈਠਾਂਗੇ। ਅਸੀਂ ਉਸ ਵੇਲੇ ਇਹ ਭੁੱਲ ਜਾਂਦੇ ਹਾਂ ਕਿ ਉਹ ਦੋਸਤ ਪਹਿਲਾਂ ਕਿੰਨੀ ਵਾਰ ਤੁਹਾਡੇ ਨਾਲ ਖੜ੍ਹਿਆ ਸੀ ਅਤੇ ਉਹਨੇ ਕਦੇ ਵੀ ਤੁਹਾਡੇ ਨਾਲ ਪੈਰ ਮਿਲਾ ਕੇ ਚੱਲਣ ਤੋਂ ਨਾ ਨਹੀਂ ਸੀ ਕੀਤੀ। ਇਸ ਵਾਰ ਉਹਦੀ ਕੋਈ ਮਜਬੂਰੀ ਵੀ ਹੋ ਸਕਦੀ ਹੈ ਅਤੇ ਉਹਦੀ ਮਜਬੂਰੀ ਨੂੰ ਉਹਦੇ ਪੱਖ ਤੋਂ ਦੇਖਣ ਦੀ ਲੋੜ ਹੈ।
ਜਿਹੜੇ ਲੋਕਾਂ ਨੂੰ ਗੁੱਸੇ ਦਾ ਬੁਖਾਰ ਬਹੁਤ ਜ਼ਿਆਦਾ ਚੜ੍ਹਿਆ ਰਹਿੰਦਾ ਹੈ, ਉਹਨਾਂ ਦੀ ਸੋਚਣੀ ਵੀ ਰੀਠੇ ਵਾਂਗ ਪੱਕ ਠੱਕ ਵਰਗੀ ਹੁੰਦੀ ਹੈ। ਬਸ ਗੱਲ ਆਰ ਜਾਂ ਪਾਰ, ਇਹ ਸੋਚਣੀ ਆਮ ਕਰਕੇ ਉਸ ਵੇਲੇ ਸਮੱਸਿਆ ਬਣ ਜਾਂਦੀ ਹੈ ਜਦ ਇਹ ਫੈਸਲਾ ਲੈਣਾ ਹੋਵੇ ਕਿ ਕਿੰਨੀ ਕੁ ਸਖਤੀ ਵਰਤੀ ਜਾਵੇ। ਉਦਾਹਰਨ ਦੇ ਤੌਰ 'ਤੇ ਰਾਮ ਦਾ ਦੋਸਤ ਸ਼ਾਮ ਹੈ ਅਤੇ ਸ਼ਾਮ ਨੇ ਰਾਮ ਤੋਂ 1000 ਪਾਉਂਡ ਉਧਾਰ ਲੈ ਲਿਆ। ਰਾਮ ਨੇ ਖੁਸ਼ੀ-ਖੁਸ਼ੀ ਪੈਸੇ ਦੇ ਦਿੱਤੇ ਕਿ ਸ਼ਾਮ ਇੱਕ ਚੰਗਾ ਦੋਸਤ ਹੈ ਅਤੇ ਲੈਣ ਦੇਣ ਬਣਿਆ ਹੀ ਹੈ, ਅਤੇ ਜੇਕਰ ਲੋੜ ਵੇਲੇ ਮਦਦ ਨਹੀਂ ਕੀਤੀ ਜਾਂਦੀ ਤਾਂ ਦੋਸਤੀ ਦਾ ਕੀ ਮਤਲਬ ਹੋਇਆ। ਇਹ ਵੀ ਕਿ ਸ਼ਾਮ 'ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ ਕਿ ਉਹ ਪੈਸੇ ਮੋੜ ਦੇਵੇਗਾ। ਰਾਮ ਨੇ ਪੈਸੇ ਉਧਾਰ ਦੇਣ ਵੇਲੇ ਇਹ ਨਹੀਂ ਕਿਹਾ ਸੀ ਕਿ ਉਹਨੂੰ 2 ਹਫ਼ਤਿਆਂ ਵਿੱਚ ਪੈਸੇ ਵਾਪਸ ਚਾਹੀਦੇ ਹਨ, ਅਤੇ ਨਾ ਹੀ ਸ਼ਾਮ ਨੇ ਪੈਸਿਆਂ ਦੀ ਵਾਪਸੀ ਦੇ ਸਮੇਂ ਬਾਰੇ ਕੋਈ ਜ਼ਿਕਰ ਕੀਤਾ ਸੀ। ਰਾਮ ਨੇ 2 ਹਫ਼ਤੇ ਲੰਘ ਜਾਣ ਬਾਅਦ ਸੋਚਣਾ ਸ਼ੁਰੂ ਕਰਤਾ ਕਿ ਸ਼ਾਮ ਮੈਨੂੰ ਮੂਰਖ ਸਮਝਦਾ ਕਿ ਇਹਨੂੰ ਮੁਫਤ ਵਿੱਚ ਹੀ ਰਗੜਾ ਲਾਇਆ ਜਾ ਸਕਦਾ। ਹੁਣ ਜਿਸ ਦਿਨ ਰਾਮ ਆਪਣੇ ਦੋਸਤ ਸ਼ਾਮ ਨੂੰ ਇੱਕ ਦਿਨ ਮਿਲਿਆ ਤਾਂ ਉਹਨੂੰ ਉੱਚੀ ਸੁਰ ਵਿੱਚ ਬੋਲਣਾ ਸ਼ੁਰੂ ਕਰਤਾ ਅਤੇ ਧਮਕੀਆਂ ਦੇਣ ਲੱਗ ਪਿਆ ਕਿ ਜੇਕਰ ਉਹਦੇ ਪੈਸੇ ਫੌਰਨ ਵਾਪਸ ਨਾ ਕੀਤੇ ਗਏ ਤਾਂ ਉਹ ਉਹਨੂੰ ਸਬਕ ਸਿਖਾਵੇਗਾ। ਰਾਮ ਨੇ ਸੋਚਿਆ ਕਿ ਜੇਕਰ ਮੈਂ ਇਸ ਤਰ੍ਹਾਂ ਦਾ ਵਰਤਾਵ ਨਾ ਕੀਤਾ ਤਾਂ ਸ਼ਾਮ ਉਹਦੇ ਪੈਸੇ ਖਾ ਜਾਵੇਗਾ। ਜਦੋਂ ਕਿ ਸ਼ਾਮ ਨੇ ਸੋਚਿਆ ਕਿ ਪੈਸਿਆਂ ਦੀ ਵਾਪਸੀ ਦਾ ਸਮਾਂ ਤਾਂ ਮਿਥਿਆ ਹੀ ਨਹੀਂ ਸੀ ਗਿਆ ਅਤੇ ਰਾਮ ਦਾ ਅਚਾਨਕ ਇਹੋ ਜਿਹਾ ਵਰਤਾਵ ਸਰਾਸਰ ਗਲਤ ਹੈ। ਮੂਹਰੋਂ ਸ਼ਾਮ ਵੀ ਗੁੱਸੇ ਵਿੱਚ ਆ ਕੇ ਕਹਿ ਸਕਦਾ ਹੈ ਕਿ ਮੈਂ ਤੇਰੇ ਪੈਸੇ ਨਹੀਂ ਦਿੰਦਾ, ਜਾਂ ਤੇਰੇ ਤੋਂ ਪੈਸੇ ਲੈ ਹੀ ਨਹੀਂ, ਜਾਂ ਰਾਮ ਦੀਆਂ ਗੱਲਾਂ ਚੁੱਪ ਕਰਕੇ ਸੁਣ ਲੈਂਦਾ ਹੈ ਅਤੇ ਪੈਸਿਆਂ ਦਾ ਪ੍ਰਬੰਧ ਕਰਕੇ ਉਹਦੇ ਮੱਥੇ ਮਾਰਦਾ ਹੈ ਅਤੇ ਅੱਗੇ ਤੋਂ ਦੋਸਤੀ ਖਤਮ ਕਰ ਦਿੰਦਾ ਹੈ। ਇੰਨੇ ਸਾਲਾਂ ਦਾ ਬਣਿਆ ਸੰਬੰਧ ਤੜਾਕ ਕਰਕੇ ਟੁੱਟ ਜਾਵੇਗਾ। ਚਾਹੀਦਾ ਤਾਂ ਇਹ ਸੀ ਕਿ ਰਾਮ ਤਹੱਲਮ ਨਾਲ ਸ਼ਾਮ ਨੂੰ ਪੁੱਛਦਾ ਕਿ ਮੈਨੂੰ ਪੈਸਿਆਂ ਦੀ ਲੋੜ ਆ ਪਈ ਹੈ ਅਤੇ ਉਹ ਅੱਜ ਕੱਲ੍ਹ ਹੀ ਪੈਸਿਆਂ ਦਾ ਪ੍ਰਬੰਧ ਕਰ ਦੇਵੇ। ਅਸੀਂ ਆਪਣੀਆਂ ਜਾਤੀ ਕਦਰਾਂ ਕੀਮਤਾਂ ਆਪਣੇ ਤਜਰਬੇ ਅਤੇ ਪੜ੍ਹਾਈਆਂ ਤੋਂ ਗ੍ਰਹਿਣ ਕਰਦੇ ਹਾਂ। ਇਸ ਵਿੱਚ ਸਾਡੇ ਘਰ ਦੇ ਵਾਤਾਵਰਨ, ਮਾਂ ਪਿਓ ਅਤੇ ਬਾਕੀ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਹੱਥ ਤੋਂ ਇਲਾਵਾ ਫਿਲਮਾਂ, ਨਾਟਕ ਅਤੇ ਕਿਤਾਬਾਂ ਵੀ ਹਿੱਸਾ ਪਾਉਂਦੀਆਂ ਹਨ। ਸਮਾਜਿਕ ਪ੍ਰਮਾਣਿਤ ਕਦਰਾਂ ਕੀਮਤਾਂ ਉੱਪਰ ਇੰਨਾ ਜ਼ਿਆਦਾ ਪੱਕਾ ਸੀਮਿੰਟ ਲਾ ਲੈਂਦੇ ਹਾਂ ਕਿ ਇਹਨਾਂ ਬਾਰੇ ਕਿੰਤੂ ਪ੍ਰੰਤੂ ਦੀ ਸਾਨੂੰ ਕਦੇ ਹੋਸ਼ ਵੀ ਨਹੀਂ ਆਉਂਦੀ। ਪਰ ਇਹ ਬਹੁਤ ਜ਼ਰੂਰੀ ਹੈ ਕਿ ਇਹਨਾਂ ਕਦਰਾਂ ਕੀਮਤਾਂ 'ਤੇ ਪ੍ਰਸ਼ਨ ਚਿੰਨ੍ਹ ਲਾਇਆ ਜਾਵੇ ਅਤੇ ਗੁੱਸੇ ਨੂੰ ਕਾਬੂ ਕੀਤਾ ਜਾਵੇ। ਅਸੀਂ ਕਈ ਵਾਰ ਕਦਰਾਂ ਕੀਮਤਾਂ 'ਤੇ ਪੂਰੇ ਯਕੀਨ ਨਾਲ ਪਹਿਰਾ ਦਿੰਦੇ ਹਾਂ ਅਤੇ ਉਹਨੂੰ ਠੀਕ ਵੀ ਸਮਝਦੇ ਹਾਂ। ਉਦਾਹਰਨ ਦੇ ਤੌਰ 'ਤੇ ਮੈਂ ਆਪਣੇ ਗੁੱਸੇ 'ਤੇ ਕਾਬੂ ਇਸ ਕਰਕੇ ਨਹੀਂ ਪਾ ਸਕਦਾ ਕਿਉਂਕਿ ਮੇਰਾ ਬਾਪ ਗੁੱਸੇਖੋਰ ਸੀ ਅਤੇ ਇਹ ਮੈਨੂੰ ਪਿਓ ਤੋਂ ਵਿਰਾਸਤ ਵਿੱਚ ਮਿਲਿਆ ਹੈ। ਇਹ ਸਾਡਾ ਆਪਣਾ ਵਿਚਾਰ ਹੈ ਜੋ ਕਿ ਸਰਾਸਰ ਬਹਾਨਾ ਹੈ ਤਾਂ ਕਿ ਗੁੱਸੇ ਨੂੰ ਕਾਬੂ ਵਿੱਚ ਨਾ ਕੀਤਾ ਜਾ ਸਕੇ। ਸਾਨੂੰ ਇਹ ਪਤਾ ਹੈ ਕਿ ਕੁਝ ਲੋਕ ਜਮਾਂਦਰੂ ਹੀ ਜ਼ਰਾ ਜ਼ਿਆਦਾ ਜਜ਼ਬਾਤੀ, ਝਟਪਟ ਡਰ ਜਾਣ ਵਾਲੇ, ਭੜਕ ਪੈਣ ਵਾਲੇ ਜਾਂ ਉਦਾਸ ਰਹਿਣ ਵਾਲੇ ਹੋ ਸਕਦੇ ਹਨ। ਪਰ ਸੱਚਾਈ ਇਹ ਵੀ ਹੈ ਕਿ ਸਾਡਾ ਸਾਰਾ ਵਰਤਾਵ ਸਿੱਖਿਆ ਹੋਇਆ ਹੈ ਅਤੇ ਅਸੀਂ ਆਪਣੇ ਗੁੱਸੇ ਉੱਪਰ ਕਾਬੂ ਪਾ ਸਕਦੇ ਹਾਂ, ਅਤੇ ਇਹ ਹੈ ਕਿ ਅਸੀਂ ਘਟਨਾਵਾਂ ਅਤੇ ਲੋਕਾਂ ਨੂੰ ਮੋੜਵਾਂ ਜਵਾਬ ਕਿਵੇਂ ਦਿੰਦੇ ਹਾਂ। ਸਾਰਾ ਭੇਤ ਇਸੇ ਵਿੱਚ ਹੀ ਲੁਕਿਆ ਹੋਇਆ ਹੈ। ਇਹ ਮੰਨਣਾ ਕਿ ਜੇਕਰ ਗੁੱਸੇ ਵਾਲੇ ਜਜ਼ਬਾਤਾਂ ਦੀਆਂ ਭਾਫਾਂ ਬਾਹਰ ਨਹੀਂ ਕੱਢੀਆਂ ਤਾਂ ਉਹ ਮਾਨਸਿਕ ਅਤੇ ਸਰੀਰਕ ਨੁਕਸਾਨ ਕਰ ਦੇਣਗੀਆਂ, ਸਰਾਸਰ ਗਲਤ ਧਾਰਨਾ ਹੈ। ਮਨੋਵਿਗਿਆਨਕਾਂ ਨੇ ਖੋਜ ਰਾਹੀਂ ਸਿੱਧ ਕੀਤਾ ਹੈ ਕਿ ਜਦ ਗੁੱਸਾ ਕਾਬੂ ਤੋਂ ਬਾਹਰ ਹੋ ਜਾਂਦਾ ਹੈ ਤਾਂ ਬਾਅਦ ਵਿੱਚ ਅਸੀਂ ਪਛਤਾਵੇ ਦੀ ਭੱਠੀ ਵਿੱਚ ਭੁੱਜਦੇ ਹਾਂ। ਉੱਚੀ ਬੋਲਣਾ, ਮਾਰਨਾ ਅਤੇ ਦਰਵਾਜ਼ੇ ਭੰਨਣਾ ਗੁੱਸੇ ਵਾਲੀਆਂ ਭਾਵਨਾਵਾਂ ਨੂੰ ਵਧਾਉਂਦੀਆਂ ਵੀ ਹਨ ਅਤੇ ਤਕੜਾ ਵੀ ਕਰਦੀਆਂ ਹਨ। ਇਹ ਧਾਰਨਾ ਕਿ ਜੇਕਰ ਤੁਸੀਂ ਗੁੱਸੇ ਨੂੰ ਜ਼ਾਹਰ ਨਹੀਂ ਕਰਦੇ ਤਾਂ ਤੁਸੀਂ ਜਾਂ ਤਾਂ ਬਹੁਤ ਹੀ ਪਹੁੰਚੇ ਹੋਏ ਇਨਸਾਨ ਹੋ ਜਾਂ ਬਿਲਕੁਲ ਹੀ ਕਮਜ਼ੋਰ ਅਤੇ ਨਕਾਰਾ। ਇਹ ਗੱਲ ਉਹਨਾਂ ਲੋਕਾਂ 'ਤੇ ਲਾਗੂ ਹੁੰਦੀ ਹੈ ਜਿਨ੍ਹਾਂ ਦੀ ਸੋਚਣੀ ਬਸ 2 ਟੁੱਕ ਦੀ ਹੁੰਦੀ ਹੈ, ਯਾਨੀ ਆਰ ਜਾਂ ਪਾਰ। ਸਗੋਂ ਸੱਚਾਈ ਤਾਂ ਇਹ ਹੈ ਕਿ ਜੇਕਰ ਅਸੀਂ ਗੁੱਸੇ ਨੂੰ ਕਾਬੂ ਰੱਖ ਕੇ ਆਪਣੀ ਗੱਲ ਜ਼ੋਰ ਅਤੇ ਤਹੱਲਮ ਨਾਲ ਠੋਕ ਵਜਾ ਕੇ ਕਹਿ ਸਕੀਏ ਤਾਂ ਉਹ ਸਭ ਤੋਂ ਵਧੀਆ ਤਰੀਕਾ ਮੰਨਿਆ ਗਿਆ ਹੈ। ਕਈ ਲੋਕ ਇਹ ਵੀ ਮੰਨਦੇ ਹਨ ਕਿ ਮੇਰੇ ਗੁੱਸੇ ਦਾ ਇਹ ਫਾਇਦਾ ਹੈ ਕਿ ਲੋਕ ਮੇਰਾ ਨਜਾਇਜ਼ ਫਾਇਦਾ ਨਹੀਂ ਉਠਾ ਸਕਦੇ ਅਤੇ ਮੇਰਾ ਗੁੱਸਾ ਇੱਕ ਢਾਲ ਦਾ ਕੰਮ ਕਰਦਾ ਹੈ। ਇਸ ਕਿਸਮ ਦਾ ਯਕੀਨ ਇਹ ਜਤਾਉਂਦਾ ਹੈ ਕਿ ਗੁੱਸਾ ਮੇਰੀ ਰੱਖਿਆ ਕਰਦਾ ਹੈ ਅਤੇ ਬਾਕੀ ਲੋਕ ਖਤਰਨਾਕ ਹਨ। ਹੋ ਸਕਦਾ ਹੈ ਕਿ ਇਹ ਗੱਲ ਜ਼ਿੰਦਗੀ ਦੇ ਕਿਸੇ ਮੋੜ 'ਤੇ ਠੀਕ ਬੈਠ ਗਈ ਹੋਵੇ, ਪਰ ਇਸ ਨੂੰ ਸ਼ਖਸੀਅਤ ਦਾ ਅਨਿੱਖੜਵਾਂ ਅੰਗ ਬਣਾ ਲੈਣਾ ਸਰਾਸਰ ਗਲਤ ਗੱਲ ਹੈ ਅਤੇ ਇਸ ਡਰ ਨਾਲ ਕਈ ਤਰ੍ਹਾਂ ਦੀਆਂ ਔਕੜਾਂ ਪੈਦਾ ਹੋ ਸਕਦੀਆਂ ਹਨ। ਵਧੀਆ ਅਤੇ ਗਹਿ-ਗੱਚ ਦੋਸਤੀਆਂ ਅਤੇ ਹੰਢਣਸਾਰ ਰਿਸ਼ਤੇ ਕਿਸੇ ਡਰ ਜਾਂ ਗੁੱਸੇ ਦੀ ਨੀਂਹ 'ਤੇ ਨਹੀਂ ਖੜ੍ਹੇ ਰਹਿ ਸਕਦੇ। ਇਸ ਧਾਰਨਾ ਦਾ ਉਲਟਾ ਅਸਰ ਵੀ ਹੋ ਸਕਦਾ। ਜਦ ਸਾਨੂੰ ਮੂਹਰੋਂ ਵੀ ਗੁੱਸੇਖੋਰ ਮਿਲ ਜਾਵੇ ਤਾਂ ਗੱਲ ਲੜਾਈ 'ਤੇ ਹੀ ਖਤਮ ਹੋਵੇਗੀ। ਇੱਕ ਧਾਰਨਾ ਇਹ ਵੀ ਹੈ ਕਿ ਮੇਰਾ ਗੁੱਸਾ ਮੈਨੂੰ ਫਿਕਰਾਂ ਤੋਂ ਦੂਰ ਰੱਖਦਾ ਹੈ। ਇਹੋ ਜਿਹਾ ਯਕੀਨ ਉਹਨਾਂ ਲੋਕਾਂ ਵਿੱਚ ਹੁੰਦਾ ਹੈ ਜਿਨ੍ਹਾਂ ਉੱਤੇ ਅਤਿਆਚਾਰ ਹੁੰਦਾ ਰਿਹਾ ਹੋਵੇ। ਸਾਨੂੰ ਆਪਣੇ ਫਿਕਰਾਂ ਦਾ ਸਾਹਮਣਾ ਕਿਸੇ ਹੋਰ ਢੰਗ ਨਾਲ ਕਰਨਾ ਚਾਹੀਦਾ ਹੈ, ਨਾ ਕਿ ਕਿਸੇ ਨੂੰ ਗੁੱਸਾ ਦਿਖਾ ਕੇ। ਚਿੰਤਾ ਨੂੰ ਖਤਮ ਕਰਨ ਲਈ ਇਹਦਾ ਮੁਕਾਬਲਾ ਕੀਤਾ ਜਾਂਦਾ ਹੈ ਅਤੇ ਫਿਰ ਉਸ ਵਿੱਚੋਂ ਹੀ ਇਹਦਾ ਹੱਲ ਲੱਭਿਆ ਜਾਂਦਾ ਹੈ। ਕਈ ਵਾਰ ਅਸੀਂ ਸੋਚਦੇ ਹਾਂ ਕਿ ਮੇਰਾ ਗੁੱਸੇ ਹੋਣਾ ਕੁਦਰਤੀ ਹੈ ਕਿਉਂਕਿ ਲੋਕਾਂ ਨੇ ਮੇਰੇ ਨਾਲ ਕਈ ਖਰਾਬੀਆਂ ਕੀਤੀਆਂ ਹਨ। ਇਹ ਗੱਲ ਠੀਕ ਹੈ
कि अगर साडे नाल कुछ गलत हुंदा है तो गुस्सा चढ़दा है, पर जेकर गुस्सा साडी जिंदगी दे हर पहलू ते काठी पाई रखे तो ये साडे लई कई मुश्किलां खड़ियां कर सकता है। उदाहरण के तौर पर जिहड़े लोकां साडे नाल कई खराबियां कीतियां सन वो हुण साडे संपर्क विच भी नहीं हन जां मर मुक गए हैं ਅਤੇ ਇਹਨਾਂ ਗੱਲਾਂ ਹੋਈਆਂ ਨੂੰ ਵੀ ਚੋਖਾ ਸਮਾਂ ਬੀਤ ਚੁੱਕਾ ਹੈ, तो फिर दबे हुए मुर्दे पुट्टण की भला की तुक हुई ਅਤੇ ਸਾਡਾ ਗੁੱਸੇ ਹੋਣਾ ਸਾਨੂੰ ਕਿੱਥੇ ਲੈ ਕੇ ਜਾਵੇਗਾ। ਅਸੀਂ ਸਿਰਫ ਆਪਣਾ ਹੀ ਨੁਕਸਾਨ ਕਰਾਂਗੇ ਅਤੇ ਆਲੇ ਦੁਆਲੇ ਖੁਸ਼ਕੀ ਖਿਲਾਰ ਕੇ ਮਾਹੌਲ ਨੂੰ ਨਾ ਖੁਸ਼ਗਵਾਰ ਬਣਾਵਾਂਗੇ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਜੇਕਰ ਅਸੀਂ ਤਰਕ ਕਰਨਾ ਸ਼ੁਰੂ ਕਰ ਦਈਏ ਤਾਂ ਗੁੱਸਾ ਭਾਵ ਬਣ ਕੇ ਉੱਡ ਜਾਵੇਗਾ। ਇਸ ਤੋਂ ਇਲਾਵਾ ਜਦ ਵੀ ਮਾਨਸਿਕ ਦਬਾਅ ਜਾਂ ਗੁੱਸੇ ਦੇ ਲੱਛਣ ਦਿਖਾਈ ਦੇਣੇ ਸ਼ੁਰੂ ਹੋਣ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਕਈ ਲੋਕ ਕਸਰਤ ਜਾਂ ਮਨ ਭਾਉਂਦੇ ਸੰਗੀਤ ਨੂੰ ਸੁਣ ਕੇ ਇਹਦਾ ਅੰਤ ਕਰਦੇ ਹਨ ਅਤੇ ਕਈ ਟੈਲੀਵਿਜ਼ਨ 'ਤੇ ਕੋਈ ਵਧੀਆ ਪ੍ਰੋਗਰਾਮ ਦੇਖ ਕੇ ਮਾਨਸਿਕ ਦਬਾਅ ਦੂਰ ਕਰਦੇ ਹਨ। ਕੋਈ ਚੰਗੀ ਕਿਤਾਬ ਪੜ੍ਹ ਕੇ ਜਾਂ ਮਨ ਨੂੰ ਹੁਲਾਰਾ ਦੇਣ ਵਾਲੀਆਂ ਘਟਨਾਵਾਂ ਸੀਨ ਯਾਦ ਕਰਕੇ ਵੀ ਗੁੱਸੇ ਅਤੇ ਮਾਨਸਿਕ ਦਬਾਅ ਨੂੰ ਕਾਬੂ ਕੀਤਾ ਜਾ ਸਕਦਾ ਹੈ। ਬਾਹਰ ਖੇਤਾਂ ਵਿੱਚ ਸੈਰ ਵੀ ਲਾਹੇਵੰਦ ਹੈ। ਸਾਨੂੰ ਇਹ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ਰਿਲੈਕਸ ਹੋਣਾ ਵੀ ਇੱਕ ਹੁਨਰ ਹੈ ਜੋ ਹੌਲੀ ਹੌਲੀ ਸਿੱਖਿਆ ਜਾ ਸਕਦਾ ਹੈ ਅਤੇ ਫਿਰ ਇਹਨੂੰ ਪੱਕੀ ਆਦਤ ਵਿੱਚ ਢਾਲਿਆ ਵੀ ਜਾ ਸਕਦਾ ਹੈ। ਡੂੰਘੇ ਸਾਹ ਆਕਸੀਜਨ ਦੀ ਮਾਤਰਾ ਨੂੰ ਤਾਂ ਸਾਡੇ ਖੂਨ ਵਿੱਚ ਵਧਾਉਂਦੇ ਹੀ ਹਨ, ਸਗੋਂ ਗੁੱਸੇ ਨੂੰ ਦੂਰ ਕਰਨ ਵਿੱਚ ਵੀ ਸਹਾਇਤਾ ਕਰਦੇ ਹਨ। ਗੁੱਸੇ ਵਾਲੇ ਮਾਹੌਲ ਵਿੱਚੋਂ ਕੁਝ ਦੇਰ ਲਈ ਬਾਹਰ ਨਿਕਲ ਜਾਓ ਅਤੇ ਫਿਰ ਬੈਠ ਕੇ ਤਰਕ ਅਤੇ ਠੰਡੇ ਦਿਮਾਗ ਨਾਲ ਗੱਲ ਕਰੋ। ਸਮੱਸਿਆ ਨੂੰ ਵਿਸਤਾਰ ਵਿੱਚ ਲਿਖ ਕੇ ਉਹਦੇ ਹੱਲ ਲਿਖੋ। ਆਪਣੇ ਕਿਸੇ ਹਿੱਤ ਰੱਖਣ ਵਾਲੇ ਨਾਲ ਸਾਫ਼-ਸਾਫ਼ ਸਾਰੇ ਪੱਤੇ ਮੇਜ਼ 'ਤੇ ਰੱਖ ਕੇ ਗੱਲ ਕਰੋ ਅਤੇ ਉਸ ਸ਼ੁਭ ਚਿੰਤਕ ਦੀ ਸਲਾਹ ਨੂੰ ਆਪਣੀ ਤਰਕ ਦੀ ਕਸਵੱਟੀ ਉੱਤੇ ਤੋਲੋ। ਜਦ ਇਸ ਤਰ੍ਹਾਂ ਸਲਾਹ ਲੈਣੀ ਹੋਵੇ ਤਾਂ ਕੋਈ ਗੱਲ ਲੁਕੋ ਕੇ ਨਾ ਰੱਖੋ। ਫੈਸਲਾ ਆਖਰ ਵਿੱਚ ਅਸੀਂ ਆਪ ਹੀ ਲੈਣਾ ਹੁੰਦਾ ਹੈ। ਅਗਰ ਉਹ ਫੈਸਲਾ ਬਾਅਦ ਵਿੱਚ ਠੀਕ ਨਹੀਂ ਨਿਕਲਦਾ ਤਾਂ ਜਿਸ ਕੋਲੋਂ ਅਸੀਂ ਸਲਾਹ ਲਈ ਹੁੰਦੀ ਹੈ ਉਹਨੂੰ ਬਿਲਕੁਲ ਦੋਸ਼ ਨਹੀਂ ਦੇਣਾ ਚਾਹੀਦਾ। ਇਸ ਨਾਲ ਅਸੀਂ ਸਦਾ ਲਈ ਦੋਸਤੀ ਗੁਆ ਬੈਠਾਂਗੇ। ਇਹ ਉਹ ਦੋਸਤੀ ਹੋਵੇਗੀ ਜਿਹਨੂੰ ਅਸੀਂ ਸਾਲਾਂ ਬੱਧੀ ਪਾਲਿਆ ਅਤੇ ਮਜ਼ਬੂਤ ਕੀਤਾ ਸੀ। ਇਹ ਇਸ ਤਰ੍ਹਾਂ ਮਿੰਟਾਂ ਸਕਿੰਟਾਂ ਵਿੱਚ ਤੜਕ ਕਰਕੇ ਟੁੱਟ ਜਾਵੇਗੀ। ਅਸੀਂ ਇਸ ਕੀਮਤੀ ਪੂੰਜੀ ਨੂੰ ਆਪਣੇ ਹੱਥੀਂ ਹੜ੍ਹ ਵਿੱਚ ਰੋੜ ਦੇਵਾਂਗੇ ਅਤੇ ਬਾਅਦ ਦੇ ਪਛਤਾਵਿਆਂ ਗੱਲ ਨਹੀਂ ਬਣੇਗੀ। ਆਪਣੀਆਂ ਭਾਵਨਾਵਾਂ ਨੂੰ ਵਿਸਥਾਰ ਵਿੱਚ ਦੱਸਣ ਦੀ ਲੋੜ ਹੁੰਦੀ ਹੈ, ਨਾ ਕਿ ਗੁੱਸੇ ਵਿੱਚ ਗਾਲਾਂ ਕੱਢ ਕੇ ਉਹਨਾਂ ਦਾ ਇਜ਼ਹਾਰ ਕੀਤਾ ਜਾਵੇ। ਆਮ ਕਰਕੇ ਗੁੱਸੇ ਪਿੱਛੇ ਡਰ, ਬੇਵਸੀ ਅਤੇ ਜ਼ਖਮੀ ਹੋਇਆ ਮਨ ਹੁੰਦਾ ਹੈ ਕਿ ਫਲਾਣੇ ਨੇ ਮੇਰੀ ਹੋਂਦ ਨੂੰ ਉਲਟਾਇਆ ਹੈ ਜਾਂ ਨਾ ਚੀਜ਼ ਸਮਝਿਆ ਹੈ ਅਤੇ ਬੇਇੱਜ਼ਤੀ ਕੀਤੀ ਸੀ। ਇਹ ਵੀ ਕਿ ਮੇਰੇ ਨਾਲ ਵਰਤਾਵ ਇਸ ਤਰ੍ਹਾਂ ਕੀਤਾ ਗਿਆ ਜਿਵੇਂ ਕਿ ਮੈਂ ਕੂੜਾ ਕਰਕਟ ਹੋਵਾਂ। ਜਿਸ ਨਾਲ ਵੀ ਸ਼ਿਕਾਇਤ ਹੋਵੇ ਸਿੱਧੀ ਉਹਦੇ ਨਾਲ ਗੱਲ ਸਾਫ਼ ਕਰਨੀ ਚਾਹੀਦੀ ਹੈ, ਕਿਉਂਕਿ ਬਹੁਤੀ ਵਾਰ ਇਹ ਵੀ ਹੁੰਦਾ ਹੈ ਕਿ ਵਿਚੋਲਾ ਜਾਂ ਵਿਚੋਲੇ ਆਪਣੇ ਹੀ ਹਿਸਾਬ ਨਾਲ ਗੱਲ ਨੂੰ ਤੋੜ ਮਰੋੜ ਕੇ ਅਤੇ ਮਸਾਲਾ ਜਾਂ ਚਾਸ਼ਨੀ ਲਾ ਕੇ ਅਗਾਂਹ ਕਰਦੇ ਹਨ। ਸਮੱਸਿਆ ਨਿਬੜਨ ਦੀ ਬਜਾਏ ਹੋਰ ਜਲੇਬੀ ਵੱਲ ਪਾ ਬਹਿੰਦੀ ਹੈ। ਦੂਸਰੇ ਦੀ ਗੱਲ ਨੂੰ ਤਹੱਲਮ ਨਾਲ ਸੁਣ ਕੇ ਵਿਚਾਰਨਾ ਚਾਹੀਦਾ ਹੈ ਕਿ ਇਹ ਸਾਰੀ ਬੁਝਾਰਤ ਦੇ ਪਿੱਛੇ ਅਸਲੀ ਕਾਰਨ ਕੀ ਹਨ। ਹੋ ਸਕਦਾ ਅਗਲਾ ਇਨਸਾਨ ਬਹੁਤ ਜ਼ਿਆਦਾ ਡਰਿਆ ਹੋਵੇ ਜਾਂ ਉਹਦਾ ਮਨ ਜਲਿਆ ਪਿਆ ਹੋਵੇ ਕਿ ਉਹਦੀ ਕੋਈ ਪਰਵਾਹ ਹੀ ਨਹੀਂ ਕਰਦਾ। ਪੂਰੀ ਗੂੜੀ ਨੀਂਦ ਅਤੇ ਸੰਤੁਲਿਤ ਖੁਰਾਕ ਵੀ ਸਾਡੀ ਮਾਨਸਿਕ ਸਿਹਤ ਲਈ ਜ਼ਰੂਰੀ ਹੈ ਅਤੇ ਇਹ ਗੁੱਸੇ ਨੂੰ ਬਸ ਕਰਨ ਵਿੱਚ ਵੀ ਸਹਾਇਕ ਹਨ। ਜਿਸ ਹੌਬੀ ਵਿੱਚ ਅਸੀਂ ਆਨੰਦ ਮਾਣਦੇ ਹਾਂ ਉਹ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ। ਆਪਣੇ ਆਪ ਨੂੰ ਸਿਫਰ ਸਮਝਣਾ ਕਦੇ ਵੀ ਮਦਦਗਾਰ ਸਾਬਤ ਨਹੀਂ ਹੁੰਦਾ। ਆਪਣੇ ਬਾਰੇ ਚੰਗੀਆਂ ਗੱਲਾਂ ਨੂੰ ਚਿਤਾਰਨਾ ਬਹੁਤ ਜ਼ਰੂਰੀ ਹੈ ਕਿ ਮੇਰੇ ਕੋਲ ਸਾਰੇ ਅੰਗ ਸਹੀ ਸਲਾਮਤ ਹਨ, ਮੇਰੇ ਕੋਲ ਸਿਰ ਢੱਕਣ ਲਈ ਘਰ ਹੈ, ਨੌਕਰੀ ਹੈ, ਚੰਗੇ ਦੋਸਤ ਹਨ, ਵਫਾਦਾਰ ਪਤਨੀ ਅਤੇ ਪਿਆਰ ਕਰਨ ਵਾਲੇ ਬੱਚੇ ਹਨ। ਅਸੀਂ ਇਸ ਲਿਸਟ ਨੂੰ ਕਾਫੀ ਲੰਬੀ ਕਰ ਸਕਦੇ ਹਾਂ। ਅਗਰ ਅਸੀਂ ਆਪਣੀ ਜ਼ਿੰਦਗੀ ਵਿੱਚ ਹੋਈਆਂ ਮਾੜੀਆਂ ਘਟਨਾਵਾਂ ਨੂੰ ਹੀ ਯਾਦ ਕਰਦੇ ਰਹਾਂਗੇ ਤਾਂ ਅਸੀਂ ਗੁੱਸੇ ਨੂੰ ਕਾਬੂ ਕਰਨ ਵਿੱਚ ਸਹਾਇਤਾ ਨਹੀਂ ਕਰਾਂਗੇ। ਆਪਣਾ ਨੁਕਸਾਨ ਤਾਂ ਹੋਵੇਗਾ ਹੀ, ਸਗੋਂ ਬਾਕੀਆਂ ਦਾ ਵੀ ਭੈੜਾ ਹਾਲ ਕਰਾਂਗੇ। ਇਹਦੇ ਨਾਲ ਅਸੀਂ ਆਪਣੀ ਹੀ ਕੋਠੜੀ ਵਿੱਚ ਇਕੱਲੇ ਬੰਦ ਹੋ ਕੇ ਰਹਿ ਜਾਵਾਂਗੇ। ਇਹ ਤਾਂ ਸੀ ਜੀ ਮੇਰਾ ਇਹ ਲੇਖ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਗੁੱਸੇ ਬਾਰੇ। ਅਤੇ ਹੁਣ ਮੈਂ ਤੁਹਾਡੇ ਟੈਲੀਫੋਨ ਕਾਲਸ ਦੀ ਵੇਟ ਕਰ ਰਿਹਾ ਤਾਂ ਕਿ ਆਪਾਂ ਇਸ ਮਸਲੇ 'ਤੇ ਜਿਹੜਾ ਹੈਗਾ ਸਮਾਜ ਜਾ ਸਕੇ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ ਹਾਂ? ਵੈਲਕਮ ਹੈ ਜੀ। ਹੈਲੋ ਜੀ, ਮੈਂ ਡਾਕਟਰ ਮੁਹੰਮਦ ਬੋਲ ਰਿਹਾ। ਹਾਂ ਜੀ ਮਾਹਮਦ ਸਾਹਿਬ, ਕੀ ਕਹਿਣਾ ਚਾਹੋਗੇ? ਬੜਾ ਤੁਸੀਂ ਤਫਸੀਲ ਨਾਲ ਵੈਸੇ ਗੁੱਸੇ ਦੇ ਟਾਪਿਕ 'ਤੇ ਕੀਤਾ ਟਾਪਿਕ ਹਰ ਚੀਜ਼ ਤੁਸੀਂ ਕਵਰ ਕਰ ਲਈ। ਮੈਂ ਕਹਿੰਦਾ ਗੁੱਸਾ ਜਿਹੜਾ ਨਾ ਬੜੇ ਬਿਮਾਰੀਆਂ ਦਾ ਜੜ ਹੈ। ਅਤੇ ਮੈਂ ਹੁਣ ਇੱਕ ਰੀਸੈਂਟ ਐਗਜ਼ਾਮਪਲ ਦੇਣਾ ਕਿ ਸਿਆਲਕੋਟ 'ਚ ਕੋਈ ਇੱਕ ਫੋਰਨਰ ਨੂੰ ਇਸ ਤਰ੍ਹਾਂ ਕਤਲ ਕੀਤਾ ਗਿਆ ਕਿ ਉਹਨੇ ਕੋਈ ਇਸਲਾਮ ਦੇ ਖਿਲਾਫ ਕੋਈ ਗੱਲ ਕੀਤੀ ਸੀ। ਪਤਾ ਨਹੀਂ ਕਿ ਉਹਦੇ 'ਚ ਕਿੰਨੀ ਸੱਚਾਈ ਹੈ, ਲੇਕਿਨ ਇਹ ਵੇ ਕਿ ਸਾਨੂੰ ਹਰ ਫੇਥ ਦਾ ਇੰਟਰਫੇਥ ਹਾਰਮਨੀ ਹੋਣੀ ਚਾਹੀਦੀ ਹੈ। ਕਿਸੇ ਗੱਲ 'ਤੇ ਗੁੱਸਾ ਨਹੀਂ ਕਰਨਾ ਚਾਹੀਦਾ। ਹਰ ਇੱਕ ਦਾ ਆਪਣਾ ਆਪਣਾ ਅਕੀਦਾ ਹੁੰਦਾ ਹੈ ਅਤੇ ਉਹ ਹਰ ਅਕੀਦੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ।
ਉਹਨੇ ਜਿਹੜਾ ਸਿਆਲਕੋਟ 'ਚ ਕੋਈ ਕਿੱਸਾ ਹੋਇਆ ਹੈ, ਉਹ ਪਤਾ ਨਹੀਂ ਕੀ, ਉਹ ਬਲਕਿ ਉਹਨੂੰ ਬਚਾਉਣ ਵਾਲੇ ਵੀ ਲੋਕ ਹੈ ਸਨ ਜਿਨ੍ਹਾਂ ਨੇ ਉਹਦੇ ਉੱਤੇ ਲੇਟ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਬਦਕਿਸਮਤੀ ਨਾਲ ਉਹਦਾ ਮਰਡਰ ਹੋਇਆ। ਲੇਕਿਨ ਇਹੋ ਜਿਹੇ ਕਿਸੇ 'ਚ ਸੁਣ ਕੇ ਬੜਾ ਅਫਸੋਸ ਹੁੰਦਾ ਹੈ ਕਿ ਆਦਮੀ ਇੱਕ ਦੂਸਰੇ ਦੇ, ਉਹਨੇ ਪਤਾ ਨਹੀਂ ਕੀ ਕੋਈ ਤੋਹੀਨ ਰਸਾਲਤ ਕੀਤੀ ਹੈ ਜਾਂ ਕੀ ਕੋਈ ਖਿਲਾਫ ਗੱਲ ਕੀਤੀ ਹੈ ਜਿੱਥੇ ਲੋਕ ਇੰਨੇ ਮੁਸ਼ਤਿਲ ਹੋ ਗਏ। ਤੇ ਹਰ ਇੱਕ ਦੇ ਆਪਣੇ ਆਪਣੇ ਨਜ਼ਰੀਆਤ ਹੁੰਦੇ ਨੇ, ਆਪਣੇ ਆਪਣੇ ਖਿਆਲਾਤ ਹੁੰਦੇ ਨੇ ਜਾਂ ਆਪਣਾ ਆਪਣਾ ਮਜ਼ਹਬ ਹੁੰਦਾ ਹੈ। ਮੈਨੂੰ ਵੀ ਲੋਕ ਮੇਰਾ ਨਾਮ ਮੁਹੰਮਦ ਹੈ, ਮੈਨੂੰ ਮੋਹ ਕਹਿੰਦੇ ਰਹੇ ਨੇ, ਹਾਲਾਂਕਿ ਮੁਹੰਮਦ ਦਾ ਅਰਬੀ ਦਾ ਲਫ਼ਜ਼ ਹੈ ਵਨ ਹੂ ਇਜ਼ ਰਿਸਪੈਕਟਡ ਮੁਹੰਮਦ, ਹਮਦ ਤੋਂ ਹੈ। ਤੇ ਮੈਨੂੰ, ਮੈਂ ਫੋਰਨ ਕੰਟਰੀ ਅਰਬ ਕੰਟਰੀ 'ਚ ਕੰਮ ਕਰਨਾ ਸਾਂ ਤੇ ਉੱਥੇ ਸਾਰੇ ਮੈਨੂੰ ਡਾਕਟਰ ਮੁਹੰਮਦ ਕਹਿੰਦੇ ਸਨ। ਤੇ ਇਸ ਤਰ੍ਹਾਂ ਹਰ ਇੱਕ ਦਾ ਆਪਣਾ ਆਪਣਾ ਅਕੀਦਾ ਹੁੰਦਾ, ਫੇਥ ਹੁੰਦਾ, ਕਿਸੇ ਦੀ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ। ਤੇ ਵੀ ਸ਼ੁੱਡ ਲਿਵ ਇਨ ਵਿਦ ਪੀਸ ਐਂਡ ਹਾਰਮਨੀ, ਔਰ ਇੱਕ ਦੂਸਰੇ ਦੇ ਮਜ਼ਹਬ ਜਾਂ ਹਰ ਇੱਕ ਦੂਸਰੇ ਦੇ ਨਜ਼ਰੀਆਤ ਜਾਂ ਖਿਆਲਾਤ ਦੀ ਕਦਰ ਕਰਨੀ ਚਾਹੀਦੀ ਹੈ। ਥੈਂਕ ਯੂ ਮੁਹੰਮਦ ਸਾਹਿਬ, ਬਹੁਤ ਮਿਹਰਬਾਨੀ। ਇਹ ਤਾਂ ਸੀ ਡਾਕਟਰ ਮੁਹੰਮਦ ਹੋਣੀ ਜਿਨ੍ਹਾਂ ਨੇ ਟੈਲੀਫੋਨ ਕਾਲ ਕੀਤੀ ਹੈਗੀ ਅਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਆ। ਤੁਸੀਂ ਵੀ ਜਿਹੜਾ ਹੈਗਾ ਟੈਲੀਫੋਨ ਸਾਨੂੰ ਕਰ ਸਕਦੇ ਹੈਗੇ 0300 770 2246 ਨੰਬਰ ਹੈਗਾ ਬਰਤਾਨੀਆ ਤੋਂ, ਅਤੇ ਜੇ ਬਰਤਾਨੀਆ ਤੋਂ ਬਾਹਰ ਤੋਂ ਹੈ तो फिर ਤੁਹਾਨੂੰ ਮੂਹਰੇ 044 ਨੰਬਰ ਜਿਹੜਾ ਹੈਗਾ ਲਾਉਣਾ ਪਊਗਾ। ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲਦੇ ਆ? ਵੈਲਕਮ ਹੈ ਜੀ। ਹੈਲੋ ਡਾਕਟਰ ਸਾਹਿਬ, ਨਮਸਕਾਰ, ਜੈ ਭੀਮ ਜੈ ਭਾਰਤ ਜੀ। ਹਾਂਜੀ ਨਮਸਕਾਰ ਮਾਨ ਸਾਹਿਬ, ਕੀ ਕਹਿਣਾ ਚਾਹੋਗੇ ਗੁੱਸੇ ਬਾਰੇ? ਦੇਖੋ ਜੀ, ਗੁੱਸਾ ਜਿਹੜਾ ਹੈ ਨਾ ਇਹ ਆਦਮੀ ਲਈ ਇੰਨਾ ਡੇਂਜਰਸ ਹੈ ਨਾ, ਜਿੱਦਾਂ ਲੋਹੇ ਦੇ ਵਿੱਚੋਂ ਰਸ ਨਿਕਲਦਾ, ਉਹ ਲੋਹੇ ਨੂੰ ਖਾ ਜਾਂਦਾ। ਇਸੇ ਤਰ੍ਹਾਂ ਜਿਹੜਾ ਗੁੱਸਾ ਹੈ ਉਹ ਤੁਹਾਡੇ ਮਨ ਦੇ ਵਿੱਚੋਂ ਨਿਕਲਦਾ, ਉਹ ਤੁਹਾਡੇ ਮਨ ਨੂੰ ਖਾਂਦਾ ਰਹਿੰਦਾ। ਤੇ ਗੁੱਸੇ ਤੇ ਕੰਟਰੋਲ ਕਰਨਾ ਜ਼ਰੂਰ ਹੈਗੀ ਹੈ, ਬਹੁਤ ਜ਼ਰੂਰਤ ਹੈ ਕਿ ਅਗਰ ਗੁੱਸਾ ਆ ਜਾਵੇ ਆਦਮੀ ਨੂੰ ਤਾਂ ਆਪਣੇ ਮਾਈਂਡ ਤੇ ਕੰਟਰੋਲ ਕਰਨਾ ਪੈਣਾ। ਕਿਉਂ? ਅਗਰ ਤੁਹਾਡਾ ਮਾਈਂਡ ਤੇ ਕਾਬੂ ਦੇ ਵਿੱਚ ਨਹੀਂ ਹੈ, ਫਿਰ ਉਹ ਜਿਹੜਾ ਤੁਹਾਡਾ ਮਾਈਂਡ ਆ ਉਹ ਤੁਹਾਡੇ ਬ੍ਰੇਨ ਦੇ ਉੱਤੇ ਰਿਐਕਸ਼ਨ ਕਰਦਾ। ਹਾਂਜੀ। ਜਿਹੜਾ ਤੁਹਾਡਾ ਬ੍ਰੇਨ ਆ ਉਹ ਫਿਰ ਤੁਹਾਡੇ ਮਸਲਸ ਨੂੰ ਰਿਐਕਟ ਕਰਦਾ। ਇਹ ਤਾਂ ਹੈ ਜੀ। ਉਹ ਫਿਰ ਗੁੱਸੇ ਦੇ ਵਿੱਚ ਆ ਕੇ ਤੁਸੀਂ ਅਗਲੇ ਦੇ ਘਸੁੰਨ ਲਾ ਦੇਣਾ। ਹਾਂ, ਕੁਛ ਵੀ ਹਥਿਆਰ ਵੀ ਮਾਰ ਸਕਦੇ, ਚਾਕੂ ਮਾਰ ਸਕਦੇ ਹੋ, ਤੂੰ ਜਾਨੋਂ ਵੀ ਮਾਰ ਸਕਦੇ ਆ। ਇਸ ਕਰਕੇ ਜਿਹੜਾ ਮਾਈਂਡ ਹੈ ਨਾ, ਇਹਦੇ ਤੇ ਕੰਟਰੋਲ ਕਰਨਾ ਬਹੁਤ ਜ਼ਰੂਰੀ ਆ। ਵੈਸੇ ਗੁੱਸੇ ਦੇ ਫਾਇਦੇ ਵੀ ਬਹੁਤ ਹੈਗੇ। ਅਗਰ ਤੁਹਾਨੂੰ ਕਿਸੇ ਨੇ ਤਾਨਾ ਮਾਰ ਦਿੱਤਾ ਤੇ ਤੂੰ ਐਮਏ ਨਹੀਂ ਕਰ ਸਕਦਾ ਜਾਂ ਕੋਈ ਆਹ ਕੰਮ ਨਹੀਂ ਕਰ ਸਕਦਾ, ਫਿਰ ਉਹ ਗੁੱਸੇ ਨੂੰ ਗੁੱਸੇ ਵਿੱਚ ਨਹੀਂ ਲੈਣਾ ਚਾਹੀਦਾ, ਉਹ ਤਾਨੇ ਵਿੱਚ ਲੈ ਕੇ ਉਹ ਗੁੱਸਾ ਕੱਢਣਾ ਚਾਹੀਦਾ ਕਿ ਮੈਂ ਪੜ੍ਹਨਾ ਹੀ ਆ। ਮੈਨੂੰ ਵੀ ਤਾਨੇ ਮੈਲੇ ਸੀਗੇ, ਇਸੇ ਕਰਕੇ ਉਹਨਾਂ ਨੂੰ ਦਿਖਾਇਆ, ਫਿਰ ਪੜ੍ਹ ਕੇ ਮੈਂ ਵੀ। ਹਾਂਜੀ, ਇਹ ਚੀਜ਼ ਹੈ ਨਾ। ਔਰ ਤੁਹਾਡਾ ਜਿਹੜਾ ਗੁੱਸਾ ਇਸ ਵੇਲੇ ਤੁਸੀਂ ਉਹ ਗੁੱਸਾ ਤੁਹਾਡੇ ਕੰਮ ਆਇਆ, ਤੁਸੀਂ ਟੈਲੀਵਿਜ਼ਨ ਤੇ ਬੈਠ ਕੇ ਲੋਕਾਂ ਨੂੰ ਸਿੱਖਿਆ ਦਿੰਦੇ ਹੋ। ਬਿਲਕੁਲ, ਉਹਦਾ ਕਿੰਨਾ ਫਾਇਦਾ ਹੋਇਆ। ਤੇ ਜਿਹੜਾ ਗੁੱਸਾ ਆ ਨਾ, ਇਹ ਤਾਂ ਬਲੱਡ ਪ੍ਰੈਸ਼ਰ ਵੀ ਇਹਦੇ ਨਾਲ ਹਾਈ ਹੋ ਸਕਦਾ, ਹਾਰਟ ਅਟੈਕ ਵੀ ਇਹਦੇ ਨਾਲ ਹੋ ਸਕਦਾ, ਇਹਦੇ ਨਾਲ ਰਿਲੇਸ਼ਨਸ਼ਿਪ ਵੀ ਬ੍ਰੇਕ ਹੋ ਸਕਦੇ ਆ। ਬਿਲਕੁਲ ਜੀ, ਬਿਲਕੁਲ। ਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਗੁੱਸੇ ਤੇ ਕਾਬੂ ਕਰਨਾ ਬਹੁਤ ਹੀ ਅੱਛੀ ਚੀਜ਼ ਹੈਗੀ ਆ। ਜਦੋਂ ਤੁਹਾਨੂੰ ਗੁੱਸਾ ਆਵੇ 1 ਤੋਂ ਲੈ ਕੇ 10 ਤੱਕ ਤੁਸੀਂ ਗਿਣੋ, ਤੁਹਾਡਾ ਗੁੱਸਾ ਆਪਣੇ ਆਪ ਠੰਡਾ ਹੋ ਜਾਏਗਾ। ਥੈਂਕ ਯੂ ਜੀ, ਥੈਂਕ ਯੂ। ਇਹ ਜਿਹੜੀ ਚੀਜ਼ਾਂ ਹੈਗੀਆਂ ਨਾ, ਗੁੱਸਾ ਤਾਂ ਹਰੇਕ ਆਦਮੀ ਨੂੰ ਆਉਂਦਾ ਹੀ ਆਉਂਦਾ ਆ, ਲੇਕਿਨ ਗੁੱਸਾ ਜਿਹੜਾ ਹੈ ਨਾ, ਉਹਨੂੰ ਕਿ ਜਾਂਦੀ ਹੈ ਲੜਾਈ ਮੇਰੇ ਵਿਹੜੇ 'ਚ ਹੀ ਹੋ ਕੇ ਨਾ, ਇਹ ਗੱਲ ਨਹੀਂ ਕਰਨੀ ਚਾਹੀਦੀ। ਉਹਦਾ ਗੁੱਸੇ ਦਾ ਫਾਇਦਾ ਉਠਾਉਣਾ ਚਾਹੀਦਾ। ਬਸ ਮੈਂ ਤਾਂ ਇਹ ਕਹੂੰਗਾ, ਗੁੱਸੇ ਤੇ ਕਾਬੂ ਕਰੋ ਜਿੰਨਾ ਵੀ ਹੋ ਸਕਦਾ ਆ। ਹੁਣ ਬੱਚਿਆਂ ਤੇ ਤੁਸੀਂ ਗੁੱਸੇ ਹੁੰਦੇ ਆ, ਔਰ ਬੱਚਿਆਂ ਨੂੰ ਇਹ ਗੁੱਸਾ ਤੁਸੀਂ ਤਾਂ ਕਰਦੇ ਆ ਕਿ ਬੱਚਿਆਂ ਦੇ ਬੈਨੀਫਿਟ ਲਈ ਕਰਦੇ ਆ। ਹਾਂਜੀ। ਉਹ ਬੱਚਿਆਂ ਨੂੰ ਚਾਹੀਦਾ ਹੈ ਕਿ ਸਾਡੇ ਮਾਂ-ਬਾਪ ਗੁੱਸੇ ਹੁੰਦੇ ਆ ਕਿ ਸਾਡੇ ਬੈਨੀਫਿਟ ਲਈ ਆ। ਬਿਲਕੁਲ। ਅਗਰ ਉਹ ਗੁੱਸੇ ਦੇ ਵਿੱਚ ਆ ਕੇ ਘਰੋਂ ਦੌੜ ਜਾਣ ਤਾਂ ਆਪਣਾ ਨੁਕਸਾਨ ਕਰਦੇ ਆ। ਐਬਸੋਲੂਟਲੀ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਗੁੱਸੇ ਤੇ ਕਾਬੂ ਕਰਨਾ ਬਹੁਤ ਜ਼ਰੂਰੀ ਹੈਗਾ ਜੀ। ਤੇ ਬਹੁਤ ਅੱਛਾ ਮੈਂ ਤੁਹਾਨੂੰ ਇੱਕ ਗੱਲ ਕਹਿਣ ਲੱਗਾ, ਹੁਣ ਤੁਸੀਂ ਵੀ ਨਾ ਗੁੱਸਾ ਕਰਿਓ। ਹਾਂਜੀ, ਨਹੀਂ ਕਹਿ ਦਿਓ। ਮੈਂ ਤੁਹਾਨੂੰ ਕਹਿਣ ਲੱਗਾ ਵੀ ਐਨਕ ਦਾ ਫਰੇਮ ਬਦਲੋ ਤੁਸੀਂ। ਉਹ ਭਾਜੀ ਉਹ ਟੁੱਟ ਗਿਆ, ਮੈਂ ਗਿਆ ਸੀ ਉਹਨਾਂ ਕੋਲ, ਉਹ ਕਹਿੰਦੇ 2 ਹਫ਼ਤੇ ਲੱਗਣਗੇ, ਮੈਂ ਕਰਾਇਆ ਸਭ ਕੁਝ। ਤੁਸੀਂ ਮੇਰੇ ਵਾਲਾ ਆਧਾਰ ਲੈ ਦਿਓ, ਮੈਂ ਕੱਲ ਨੂੰ ਭੇਜ ਦੇਣਾ ਤੁਹਾਨੂੰ। ਓਕੇ ਜੀ, ਥੈਂਕ ਯੂ ਮਾਨ ਸਾਹਿਬ। ਨਮਸਕਾਰ ਜੀ, ਜੈ ਭੀਮ ਜੈ ਭਾਰਤ। ਜੈ ਭੀਮ ਜੈ ਭਾਰਤ। ਤਾਂ ਅਸੀਂ ਜੀ ਪ੍ਰੇਮ ਮਾਨ ਹੋਣੀ। ਤੁਸੀਂ ਵੀ ਟੈਲੀਫੋਨ ਕਾਲ ਕਰਕੇ ਸਾਨੂੰ ਜਿਹੜਾ ਹੈਗਾ ਆਪਣੇ ਵਿਚਾਰ ਸਾਂਝੇ ਕਰ ਸਕਦੇ ਆ। ਇਹ ਗੁੱਸਾ ਜਿਹੜਾ ਹੈਗਾ ਕੀ ਚੰਗੀ ਚੀਜ਼ ਹੈ ਸਾਡੀ ਫਿਜ਼ੀਕਲ ਹੈਲਥ ਲਈ, ਮੈਂਟਲ ਹੈਲਥ ਲਈ, ਫਾਈਨੈਂਸ਼ੀਅਲ ਹੈਲਥ ਲਈ। ਤੇ ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ ਆ? ਵੈਲਕਮ ਹੈ ਜੀ। ਡਾਕਟਰ ਸਾਹਿਬ, ਮੈਂ ਜਗਦੀਸ਼ ਸਿੰਘ ਬੋਲਦਾ ਜੀ, ਗਲਾਸਗੋ ਤੋਂ। ਜਗਦੀਸ਼ ਸਿੰਘ ਜੀ, ਵੈਲਕਮ ਤੁਹਾਡਾ। ਕੀ ਕਹਿਣਾ ਚਾਹੋਗੇ? ਅੱਜ ਤੁਸੀਂ ਸਾਨੂੰ ਤਾਨਾ ਨੇ ਮਾਰਿਆ ਠੰਡੇ ਹੋਣ ਦਾ, ਕਹਿੰਦੇ ਠੰਡੇ ਮੁਲਕ 'ਚ ਰਹਿੰਦੇ ਹੋ। ਨਹੀਂ, ਮੈਂ ਨਹੀਂ ਤਾਨਾ ਮਾਰਦਾ ਤੁਹਾਨੂੰ, ਤੁਸੀਂ ਤਾਂ ਮੇਰੇ ਬੜੇ ਅਜ਼ੀਜ਼ ਆ। ਥੈਂਕ ਯੂ ਵੈਰੀ ਮਚ। ਹਾਂਜੀ। ਕੋਈ ਬੰਦਾ ਅਜਿਹਾ ਨਹੀਂ ਹੋ ਸਕਦਾ ਜਿਹਨੂੰ ਕਦੇ ਗੁੱਸਾ ਨਾ ਚੜਿਆ ਹੋਵੇ। ਹਾਂਜੀ।
ਤੇ ਪੁਰਾਣੇ ਇਤਿਹਾਸ ਦੇ ਵਿੱਚ ਕੋਈ ਗੁਰੂਆਂ ਦੇ ਕੋਲ ਬੰਦਾ ਆਇਆ ਤੇ ਦੀਵਾਨ 'ਚ ਬੈਠ ਗਿਆ ਤੇ ਸੁਥਰਾ ਉਹਨਾਂ ਕੋਲ ਜਾ ਕੇ ਕਹਿੰਦਾ ਜੀ ਥੋੜੀ ਜਿਹੀ ਅੱਗ ਹੈਗੀ। ਸੁਥਰਾ ਮਹਾਰਾਜ ਦਾ ਬਹੁਤ ਵੱਡਾ ਭਗਤ ਸੀਗਾ ਤੇ ਲੇਕਿਨ ਮਜ਼ਾਕ ਵੀ ਕਰ ਲੈਂਦਾ ਸੀਗਾ। ਉਹ ਕਹਿੰਦਾ ਭਾਈ ਅੱਗ ਮੇਰੇ ਕੋਲ ਕੀ ਹੋਣੀ ਹੈ ਵੀ ਮੈਂ ਦੀਵਾਨ 'ਚ, ਤੂੰ ਬਾਹਰ ਨਿਕਲੇ ਤੋਂ। ਉਹ ਫਿਰ ਆ ਗਿਆ, ਕਹਿੰਦਾ ਜੀ ਥੋੜੀ ਜਿਹੀ ਅੱਗ ਦੇ ਦਿਓ। ਉਹ ਕਹਿੰਦਾ ਯਾਰ ਮੈਂ ਦੀਵਾਨ 'ਚ ਬੈਠਾ ਬਾਬਾ ਜੀ ਦਾ ਕੀਰਤਨ ਸੁਣਦਾ, ਮੇਰੇ ਕੋਲ ਅੱਗ ਕਿੱਥੇ ਹੋਣੀ ਹੈ। ਉਹਨੇ ਇੱਕ ਵਾਰੀ ਫੇਰ ਕਹਿ ਤਾਂ ਕਹਿੰਦਾ ਜੀ ਜਰਾ ਅੱਗ ਸਾਨੂੰ ਵੀ ਦੇ ਦਿਓ ਉੱਥੇ। ਉਹ ਭੜਕ ਪਿਆ ਤੇ ਦੀਵਾਨ ਦੇ ਵਿੱਚ ਬਾਬਾ ਜੀ ਕਹਿੰਦੇ ਭਾਈ ਕੀ ਗੱਲ ਹੋਈ। ਉਹ ਕਹਿੰਦਾ ਜੀ ਇਹ ਮੈਨੂੰ ਸਤਾ ਰਿਹਾ। ਸੁਥਰਾ ਆ ਕੇ ਕਹਿੰਦਾ ਅੱਗ ਦੇ ਦਿਓ, ਅੱਗ ਦੇ ਦਿਓ। ਤੇ ਸੁਥਰੇ ਨੂੰ ਪੁੱਛਿਆ, ਕਹਿੰਦਾ ਜੀ ਇਹਨਾਂ ਨੇ ਦੱਸਿਆ ਸੀ ਮੇਰਾ ਨਾਮ ਸ਼ਾਂਤੀ ਪ੍ਰਕਾਸ਼ ਹੈ। ਮੈਂ ਜਾਣਨਾ ਚਾਹੁੰਦਾ ਸੀਗਾ ਵੀ ਕਿੰਨੀ ਕੁ ਸ਼ਾਂਤੀ ਇਹਨਾਂ 'ਚ, ਇਹਦੇ ਨਾਲ ਤਾਂ ਭਾਂਬੜ ਦਾਸ ਹੋਣਾ ਚਾਹੀਦਾ। ਚਲੋ ਅਗਲੀ ਗੱਲ ਇਹ ਵੀ ਸਿਆਣੇ ਕਹਿੰਦੇ ਗੁੱਸਾ ਆਇਆ ਅਕਲ ਗਈ। ਹਾਂ, ਕਿਉਂਕਿ ਉਦੋਂ ਬੰਦ ਖਾਨਾ ਸਾਡਾ ਬੰਦ ਹੋ ਜਾਂਦਾ। ਹਾਂਜੀ ਹਾਂਜੀ, ਉੱਪਰ ਦੇ ਪਾਣੀ ਵੀ ਜਿਵੇਂ ਅਕਸ ਨਹੀਂ ਦਿਖਦਾ, ਇਸ ਤਰ੍ਹਾਂ ਗੁੱਸੇ 'ਚ ਆਪਣਾ ਚੰਗਾ ਮਾੜਾ ਨਹੀਂ ਦਿਖਦਾ। ਔਰ ਗੁੱਸਾ ਖੂਨ ਸਾੜਦਾ ਹੈ। ਗੁੱਸੇ ਤੋਂ ਬਾਅਦ ਫਿਰ ਗਾਲਾਂ, ਫਿਰ ਹੱਥੋਂ ਪਾਈ, ਫਿਰ ਜਿਵੇਂ ਤੁਸੀਂ ਕਿਹਾ ਨਾ ਵੀ ਹਥਿਆਰ ਵੀ ਚੱਕ ਕੇ ਮਾਰ ਦਿੰਦੇ ਆ। ਬਾਅਦ 'ਚ ਪਛਤਾਵਾ ਹੁੰਦਾ, ਲੋਕਾਂ ਨੇ ਜਾਨਾਂ ਵੀ ਗੁੱਸੇ 'ਚ ਲੈ ਲਈਆਂ। ਫਿਰ ਬਾਅਦ 'ਚ ਪਤਾ ਲੱਗਿਆ ਵੀ ਇਹ ਮੈਂ ਗਲਤ ਕਰ ਦਿੱਤਾ। ਤੇ 9/11 ਤੋਂ ਅਗਲੇ ਦਿਨ ਇੱਕ ਬੰਦੇ ਨੇ, ਜਿਹੜਾ ਅਮਰੀਕਨ ਸੀਗਾ, ਉਹਨੇ ਬਲਵੀਰ ਸਿੰਘ ਸੋਢੀ ਨੂੰ ਗੁੱਸੇ ਜਾ ਕੇ ਗੋਲੀ ਮਾਰ ਦਿੱਤੀ। ਕਹਿੰਦਾ ਦਿਸ ਇਜ਼ ਫॉर ਯੈਸਟਰਡੇਜ਼ ਰਿਵੈਂਜ। ਬਾਅਦ 'ਚ ਪਤਾ ਲੱਗਿਆ ਵੀ ਇਹ ਉਸ ਕੌਮ ਦਾ ਬੰਦਾ ਨਹੀਂ ਹੈਗਾ। ਬਿਲਕੁਲ ਬਿਲਕੁਲ, ਗੁੱਸੇ 'ਚ ਏਡਾ ਬੜਾ ਕੰਮ ਖਰਾਬ। ਅੱਛਾ, ਇਹ ਹੈ ਕਿ ਗੁੱਸਾ ਜਿਹੜਾ ਨਾ ਕਿਸੇ ਦੀ ਗੱਲ ਨਾਲ ਹੋ ਸਕਦਾ, ਕਿਸੇ ਦੀ ਵਧੀਕੀ ਨਾਲ ਜਾਂ ਗਲਤ ਫਹਿਮੀ ਨਾਲ ਹੋ ਸਕਦਾ। ਚੀਜ਼ ਹੈ ਵੀ ਕਹਿੰਦੇ ਮੈਨੂੰ ਗੁੱਸਾ ਚੜ ਗਿਆ। ਗੁੱਸਾ ਤੁਸੀਂ ਚੜ ਲੈਣ ਦਿੱਤਾ, ਚੜ ਨਹੀਂ ਗਿਆ, ਤੁਸੀਂ ਚੜ ਲੈਣ ਦਿੱਤਾ। ਇਹੀ ਗੁੱਸਾ ਅਗਰ ਤੁਹਾਡੇ ਬੌਸ ਦੇ ਨਾਲ ਤੁਸੀਂ ਗੱਲ ਕਰਦੇ, ਉਹ ਤੁਹਾਡੇ ਮੂੰਹ ਤੇ ਫਾਈਲ ਮਾਰਦਾ ਭਗਾ ਕੇ ਵੀ ਆਹ ਰਿਪੋਰਟ ਲਿਖੀ ਹੈ, ਤੁਸੀਂ ਗੁੱਸਾ ਪੀ ਜਾਂਦੇ ਹੋ, ਗੁੱਸਾ ਚੜ੍ਹਨ ਨਹੀਂ ਦਿੰਦੇ। ਏਅਰਪੋਰਟ ਤੇ ਜਦ ਤੁਹਾਨੂੰ ਉਹ ਗੈਰ ਜ਼ਰੂਰੀ ਤਰੀਕੇ ਨਾਲ ਤੰਗ ਕਰਦੇ ਨੇ, ਦਿੱਲੀ ਗਿਆ ਨੂੰ ਜਾਂ ਅੰਮ੍ਰਿਤਸਰ ਜਿੱਥੇ ਵੀ ਹੈ, ਉਹਨੂੰ ਗੁੱਸਾ ਚੜ੍ਹਦਾ। ਲੇਕਿਨ ਉਹਨੂੰ ਪਤਾ ਹੁੰਦਾ ਵੀ ਇਹਦੇ ਹੱਥ 'ਚ ਕਲਮ ਹੈਗੀ ਹੈ, ਵੀ ਮੈਂ ਕੁਛ ਵੀ ਬੋਲਿਆ ਨਾ, ਇਹਨੇ ਮੇਰੇ ਨਾਲ ਉਹ ਖਰਾਬਾ ਕਰਨਾ ਜਿਹੜਾ ਵੀ ਮੁੜ ਕੇ ਫਿਰ ਮੈਂ ਪਤਾ ਨਹੀਂ ਕੀ ਮੇਰਾ ਹਾਲ ਹੋਊਗਾ, ਮੈਨੂੰ ਜੇਲ੍ਹਾਂ 'ਚ ਭੇਜ ਸਕਦੇ ਆ। ਹਾਂਜੀ ਹਾਂਜੀ ਹਾਂਜੀ। ਗੁੱਸੈਲੇ ਸੁਭਾਅ ਦੇ ਬੰਦੇ ਦੇ ਬਹੁਤੇ ਮਿੱਤਰ ਨਹੀਂ ਹੁੰਦੇ ਤੇ ਗੁੱਸੇ ਨਾਲ ਘਰ, ਕਾਰੋਬਾਰ, ਰਿਸ਼ਤੇ ਤਬਾਹ ਹੋ ਜਾਂਦੇ ਨੇ। ਤੁਸੀਂ ਕਿਹਾ ਵੀ ਗੁੱਸਾ ਢਾਲ ਦਾ ਕੰਮ ਵੀ ਕਰਦਾ, ਲੋਕੀ ਉਹਨੂੰ ਜ਼ਿਆਦਾ ਤੰਗ ਨਹੀਂ ਕਰਦੇ। ਉਹਨੂੰ ਪਤਾ ਹੁੰਦਾ ਵੀ ਜੇ ਇਹਨੂੰ ਗੁੱਸਾ ਆ ਗਿਆ ਤੇ ਇਹ ਮੇਰੇ ਮਗਰ ਪੈ ਜਾਊਗਾ। ਲੇਕਿਨ ਇਹ ਕਿ ਮਾਨਸਿਕ ਵਿਕਾਸ ਜਿਹੜਾ ਨਾ ਉਹਦਾ ਬਹੁਤ ਨੁਕਸਾਨ ਹੁੰਦਾ ਅਗਰ ਤੁਹਾਨੂੰ ਲਗਾਤਾਰ ਗੁੱਸਾ ਚੜ੍ਹਦਾ ਰਹੇ। ਬਿਲਕੁਲ ਬਿਲਕੁਲ, ਕਹਿੰਦੇ ਨੇ ਪੀ ਜਾਣਾ ਚਾਹੀਦਾ। ਹੁਣ ਹਸਬੈਂਡ ਵਾਈਫ ਦਾ ਘੜੀ ਦੀ ਘੜੀ ਗੁੱਸਾ ਹੁੰਦਾ, ਉਹ ਪੀ ਜਾਂਦੇ, ਇੱਕ ਜਣਾ ਚੁੱਪ ਕਰ ਜਾਂਦਾ, ਦੂਜਾ ਬਾਅਦ ਚ ਹੁੰਦਾ ਵੀ ਯਾਰ ਮੈਂ ਐਵੇਂ ਗੁੱਸਾ ਕੀਤਾ, ਇਹ ਤਾਂ ਵਿਚਾਰੀ ਮੈਨੂੰ ਕੁਝ ਵੀ ਨਹੀਂ ਕਹਿੰਦੀ ਹੈਗੀ। ਇਹ ਜੀ ਸਿਚੁਏਸ਼ਨ ਦੇ ਵਿੱਚ ਗੁੱਸੇ ਤੇ ਕੰਟਰੋਲ ਜਿਹੜਾ ਕਰ ਲੈਣਾ ਚਾਹੀਦਾ। ਆਮ ਤੌਰ ਤੇ ਗੁੱਸੇ ਦਾ ਜਵਾਬ ਆਮ ਤੌਰ ਤੇ ਗੁੱਸੇ 'ਚ ਨਿਕਲਦਾ। ਛੋਟੀ ਜਿਹੀ ਗੱਲ ਤੋਂ ਬਹੁਤ ਪਤੰਗੜ ਬਣ ਜਾਂਦਾ, ਡਿਵੋਰਸ ਹੋਣ ਲੱਗ ਜਾਂਦਾ। ਫਿਰ ਹੋਰ ਕਈ ਸਮਝਦਾਰ ਲੋਕ ਜਿਹੜੇ ਨੇ ਨਾ, ਉਹ ਗੁੱਸੇ ਤੋਂ ਕੰਮ ਲੈ ਕੇ, ਗੁੱਸੇ ਨੂੰ ਕੰਟਰੋਲ ਕਰਕੇ, ਮੌਕੇ ਅਨੁਸਾਰ ਗੁੱਸੇ ਨੂੰ ਖਤਮ ਕਰਕੇ ਆਪਣੇ ਆਪ ਨੂੰ ਠੰਡਾ ਵੀ ਕਰ ਲੈਂਦੇ ਨੇ। ਇਹ ਬਹੁਤ ਜ਼ਿਆਦਾ ਸਿਆਣਪ ਹੈ। ਜਿਹੜਾ ਬੰਦਾ ਇਹ ਗੁਰ ਸਿੱਖ ਗਿਆ ਨਾ ਵੀ ਮੈਂ ਗੁੱਸੇ ਨੂੰ ਸਿਰਫ ਯੂਜ਼ ਕਰਨਾ, ਕ੍ਰੋਧ ਦਾ ਇਸਤੇਮਾਲ ਕਰਕੇ, ਪ੍ਰਯੋਗ ਕਰਕੇ ਉਹ ਮੈਂ ਛੱਡ ਦੇਣਾ, ਉਸ ਤੋਂ ਬਾਅਦ ਸਿਚੁਏਸ਼ਨ ਕੰਟਰੋਲ ਹੋ ਜੂਗੀ, ਮੈਂ ਆਪਣੇ ਆਪ ਨੂੰ ਠੰਡਾ ਕਰਨਾ। ਇੰਨੇ ਸ਼ਬਦ ਕਹਿੰਦਾ ਹੋਇਆ ਮੈਂ ਤੁਹਾਡੇ ਕੋਲ ਖਿਮਾ ਮੰਗਦਾ। ਬਹੁਤ ਬਹੁਤ ਮਿਹਰਬਾਨੀ ਜਗਦੀਸ਼ ਸਿੰਘ ਜੀ। ਇਹ ਤਾਂ ਸੀ ਜੀ ਮੇਰੇ ਵੀਰ ਜਗਦੀਸ਼ ਸਿੰਘ ਹੋਣੀ ਗਲਾਸਗੋ ਤੋਂ। ਤੁਸੀਂ ਵੀ ਸਾਨੂੰ ਟੈਲੀਫੋਨ ਕਾਲ ਕਰ ਸਕਦੇ ਹੈਗੇ 0300 770 2246। ਤੁਹਾਨੂੰ ਪਤਾ ਹੈ ਕਿ ਮੈਂ ਆਪਣੀ ਕਿਤਾਬ ਵਿੱਚ ਸਮਾਜਿਕ ਮਸਲੇ ਲੈ ਕੇ ਆਉਣਾ ਜਿਹੜੇ ਕਿ ਤੁਹਾਡੇ ਨਾਲ, ਮੇਰੇ ਨਾਲ, ਸਮਾਜ ਨਾਲ ਸੰਬੰਧਿਤ ਹੁੰਦੇ ਆ। ਤੇ ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ? ਵੈਲਕਮ ਹੈ ਜੀ। ਹੈਲੋ ਜੀ ਡਾਕਟਰ ਸਾਹਿਬ, ਮੈਂ ਕੀਰਤਨ ਚੌਹਾਨ ਬੋਲਦਾ ਬਰਮਿੰਘਮ ਤੋਂ। ਚੌਹਾਨ ਸਾਹਿਬ, ਗੁੱਸੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਗੁੱਸੇ ਦੀ ਗੱਲ ਹੈਗੀ ਹੈ, ਗੁੱਸੇ ਦੇ ਨਾਲ ਨਿਪਟਣਾ ਜ਼ਰੂਰ ਪੈਂਦਾ। ਹੁਣ ਜੇ ਆਪਾਂ ਦੇਖੀਏ ਵੀ ਜਿਹੜਾ ਗੁੱਸਾ ਆ ਉਹਨੂੰ ਕਿੱਦਾਂ ਸਾਂਭਣਾ, ਉਹਨਾਂ ਕਿੱਦਾਂ ਨਿਪਟਣਾ, ਜਾਨੀ ਬੁੱਧ ਦਾ ਕਥਨ ਆ ਵੀ ਆਪ ਹੀ ਜੀਓ ਤੇ ਲੋਕਾਂ ਨੂੰ ਵੀ ਜੀਣ ਦਿਓ। ਹਾਂਜੀ ਹਾਂਜੀ। ਫਿਰ ਉਹ ਦੇਖੋ ਵੀ ਜਿਹੜਾ ਉਹਨੇ ਅਸ਼ਟ ਮਾਰਗ ਦੱਸਿਆ ਜਾਂ ਉਹਨੂੰ ਮੱਧਮ ਮਾਰਗ ਵੀ ਕਿਹਾ ਜਾਂਦਾ ਵੀ ਉਹ ਜਾਨੀ ਤੁਸੀਂ ਐਕਸਟ੍ਰੀਮ ਨਾ ਬਣੋ। ਵੀ ਜੇ ਜਦ ਤੁਸੀਂ ਐਕਸਟ੍ਰੀਮ ਬਣਦੇ ਆ ਫਿਰ ਗੁੱਸਾ ਆਉਂਦਾ, ਫਿਰ ਲੜਾਈ ਹੁੰਦੀ ਆ, ਹੱਥੋਂ ਪਾਈ ਹੁੰਦੀ ਹੈ। ਹੁਣ ਦੇਖੋ ਵੀ ਆਪਾਂ ਭਾਰਤ ਦੇ ਨਾਲ ਜੇ ਗੱਲ ਕਰੀਏ ਵੀ ਉੱਥੇ ਜਿਹੜੇ ਦੋ ਈਪਿਕ ਆ, ਮਹਾਭਾਰਤ, ਰਾਮਾਇਣ,
ਉਹ ਪੜ੍ਹ ਕੇ ਦੇਖੋ ਵੀ ਉਹ ਸਾਰੀ ਜਿਹੜੀ ਉਹ ਤੋਂ ਜੇ ਅਰਲੀ ਸਟੇਜ ਤੇ ਕੋਈ ਉਹਦਾ ਨਿਪਟਾ ਲੈਂਦਾ ਤਾਂ ਹੋਣਾ ਹੀ ਨਹੀਂ ਸੀ। ਹਾਂਜੀ ਹਾਂਜੀ। ਹੁਣ ਪਹਿਲਾਂ ਦੇਖੋ ਵੀ ਰਮਾਇਣ ਦੀ ਗੱਲ ਹੈ, ਉਹ ਸਰੂਪ ਨੇਖਾ ਨੇ ਸਿਰਫ ਇਹੀ ਕਿਹਾ ਸੀ ਲక్ష్మణ ਨੂੰ ਵੀ ਮੈਂ ਤੈਨੂੰ ਪਸੰਦ ਕਰਦੀ ਹਾਂ, ਤੂੰ ਮੇਰੇ ਨਾਲ ਸ਼ਾਦੀ ਕਰਾ ਲਾ। ਉਹ ਤੇ ਹੱਥ ਉਠਾਉਣ ਦੀ ਕੀ ਲੋੜ ਸੀ? ਉਹ ਜਦ ਤੁਸੀਂ ਹੱਥ ਉਠਾਉਣਾ, ਹੁਣ ਜਿਹਦੀ ਉਹ ਭੈਣ ਲੱਗਦੀ ਆ ਉਹਨੇ ਤਾਂ ਫਿਰ ਕੁਝ ਕਰਨਾ ਹੀ ਸੀ। ਹਾਂਜੀ ਹਾਂਜੀ। ਇਸ ਕਰਕੇ ਜਿਹੜਾ ਕਿਤੇ ਵੀ ਹੈਗਾ ਜਦ ਉਹ ਗੁੱਸੇ ਦੇ ਜਿਹੜੇ ਕਾਰਨ ਲੱਭਣੇ ਪੈਂਦੇ ਆ। ਹਾਂਜੀ ਹਾਂਜੀ। ਹੁਣ ਤੁਸੀਂ ਦੇਖੋ ਵੀ ਜੇ ਕੋਈ ਵਿਦਿਆਰਥੀ ਕਲਾਸ ਦੇ ਵਿੱਚ ਪੜ੍ਹਦੇ ਆ, ਉਹ ਜਾਂਦੇ ਤਾਂ ਪੜ੍ਹਨੇ ਆ, ਜੇ ਉਹ ਕਿਸੇ ਵੱਲੋਂ ਗੁੱਸੇ ਹੁੰਦੇ ਆ, ਲੜਦੇ ਆ, ਤਾਂ ਉਹ ਦੋਨਾਂ ਦੇ ਨਾਂ ਕੱਟ ਹੋ ਜਾਂਦੇ। ਬਿਲਕੁਲ ਜੀ, ਬਿਲਕੁਲ ਬਿਲਕੁਲ। ਔਰ ਫੈਕਟਰੀ ਦੇ ਵਿੱਚ ਜਿਹੜੇ ਵਰਕਰ ਆਪਾਂ ਕੰਮ ਕਰਨ ਜਾਂਦੇ ਆ, ਕਿਉਂਕਿ ਮੈਂ ਯੂਨੀਅਨ ਦੇ ਵਿੱਚ ਕੰਮ ਕੀਤਾ, ਮੈਂ ਕਨਵੀਨਰ ਰਿਹਾ, ਸਾਡੇ ਕੋਲ ਬਹੁਤ ਕੇਸ ਆਉਂਦੇ ਸੀ, ਕਿਉਂਕਿ ਕਿਸੇ ਨਾ ਕਿਸੇ ਗੱਲੋਂ ਆਪਸ ਵਿੱਚ ਹੀ ਝਗੜਾ ਹੋ ਜਾਣਾ, ਲੜਾਈ ਹੋਣੀ, ਉਹ ਇੱਥੇ ਤੱਕ ਹੋਣੀ ਵੀ ਉਹਨਾਂ ਦੀ ਜੌਬ ਵੀ ਜਾਂਦੀ ਰਹਿਣੀ। ਇਦਾਂ ਹੈ ਜੀ, ਇਦਾਂ ਹੈ। ਕਿਉਂਕਿ ਜੇ ਤੁਸੀਂ ਇੱਕ ਦੂਜੇ ਦੇ ਹੱਥ ਉਠਾਉਣਾ ਤਾਂ ਉਹ ਜਿਹੜੇ ਕਾਰਖਾਨੇਦਾਰ ਆ ਉਹਨੂੰ ਤਾਂ ਕਹਿਣਾ ਵੀ ਮੈਂ ਦੋਨਾਂ ਨੂੰ ਸੈਕ ਦੇਣੀ। ਇਸ ਕਰਕੇ ਜਿਹੜਾ ਮਾਹੌਲ ਨੂੰ ਚੰਗਾ ਬਣਾਉਣਾ ਆਪਣੇ ਵੱਸ ਹੈ। ਬਿਲਕੁਲ ਬਿਲਕੁਲ। ਬਾਕੀ ਵੱਡੀ ਗੱਲ ਹੈ ਵੀ ਦੇਖੋ ਹੁਣ ਜੇ ਤੁਹਾਡਾ ਕੋਈ ਗੁਆਂਢੀ ਗੁੱਸੇ ਖੋ ਰਿਹਾ, ਫਿਰ ਤਾਂ ਤੁਹਾਨੂੰ ਉਹ ਤੇ ਬਹੁਤ ਕੇਅਰਫੁਲ ਰਹਿਣ ਦੀ ਲੋੜ ਹੈ। ਹਾਂਜੀ ਹਾਂਜੀ। ਕਿਉਂਕਿ ਕਈਆਂ ਨੂੰ ਤੁਸੀਂ ਕਈਆਂ ਦਾ ਮਾਈਂਡ ਨਹੀਂ ਬਦਲ ਸਕਦੇ। ਬਿਲਕੁਲ ਬਿਲਕੁਲ। ਔਰ ਮੈਂ ਨਾਲ ਇਹ ਵੀ ਦੇਖਿਆ ਵੀ ਕਈ ਬੰਦੇ ਆ ਉਹ ਉਦਾਂ ਠੀਕ ਹੁੰਦੇ ਆ, ਜਦ ਉਹ ਨਸ਼ਾ ਕਰਦੇ ਆ ਫਿਰ ਉਹਨਾਂ ਨੂੰ ਗੁੱਸਾ ਜ਼ਿਆਦਾ ਆਉਂਦਾ। ਹਾਂਜੀ 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 ਹਾਂਜੀ। ਕਿਉਂਕਿ ਉਹ ਫਿਰ ਨਸ਼ਾ ਕੀਤਾ ਹੁੰਦਾ ਤਾਂ ਫਿਰ ਅਗਲੇ ਨਾਲ ਲੜਦੇ ਆ, ਔਰ ਮਗਰੋਂ ਜਾ ਉਤਰਦਾ ਫਿਰ ਪਛਤਾਉਂਦੇ ਵੀ ਆ। ਇਦਾਂ ਹੈ ਜੀ, ਇਦਾਂ ਹੈ। ਪਰ ਉਹ ਬੜੀ ਤਾਂ ਗੱਲ ਆ ਵੀ ਉਹ ਫਿਰ ਨੁਕਸਾਨ ਤਾਂ ਹੋ ਜਾਂਦਾ। ਬਿਲਕੁਲ ਬਿਲਕੁਲ। ਇਸ ਕਰਕੇ ਇਦਾਂ ਹੈਗੀ ਆ ਵੀ ਕੋਈ ਵੀ ਜਿਹੜਾ ਕਲਚਰਡ ਪਰਸਨ ਉਹ ਆ ਜਿਹੜਾ ਦੂਸਰਿਆਂ ਦੀ ਵੀ ਰਿਸਪੈਕਟ ਕਰੇ, ਬਿਲਕੁਲ ਦੂਸਰਿਆਂ ਦੀ ਗੱਲ ਸੁਣੇ। ਇਸ ਕਰਕੇ ਜਾਨੀ ਗੁੱਸੇ ਤੇ ਜ਼ਰੂਰ ਜਾਨੀ ਕੰਟਰੋਲ ਹੋਣਾ ਚਾਹੀਦਾ। ਇੰਨਾ ਹੀ ਕਹਿੰਦਾ ਹੈ। ਜੈ ਭੀਮ ਜੈ ਭਾਰਤ। ਠੀਕ ਹੈ ਜੀ, ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਮੇਰੇ ਵੀਰ ਫਕੀਰ ਚੰਦ ਚੌਹਾਨ ਹੋਣੀ ਬਰਮਿੰਘਮ ਤੋਂ, ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਤੁਸੀਂ ਵੀ ਜਿਸ ਤਰ੍ਹਾਂ ਮੈਂ ਗੱਲ ਸੀ ਪਹਿਲਾਂ ਵੀ ਕੀਤੀ, ਜੋ ਟੈਲੀਫੋਨ ਕਾਲ ਸਾਨੂੰ ਕਰ ਸਕਦੇ ਹੈਗੇ ਆ 0300 770 2246, ਅਤੇ ਜੇ ਬਰਤਾਨੀਆ ਤੋਂ ਬਾਹਰ ਕਰ ਰਹੇ ਤਾਂ ਫਿਰ 0044 ਨੰਬਰ ਹੈਗਾ। ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲਦੇ ਆ? ਵੈਲਕਮ ਹੈ ਜੀ। ਡਾਕਟਰ ਸਾਹਿਬ, ਮੇਰਾ ਨਾਮ ਪੁਰਸ਼ੋਤਮ ਹੈ ਜੀ। ਪੁਰਸ਼ੋਤਮ ਜੀ, ਭਾਜੀ ਕੀ ਕਹਿਣਾ ਚਾਹੋਗੇ? ਡਾਕਟਰ ਸਾਹਿਬ ਜੀ, ਪਹਿਲਾਂ ਤਾਂ ਤੁਹਾਡਾ ਟੌਪਿਕ ਵੀ ਬਹੁਤ ਸੋਹਣਾ ਆ। ਥੈਂਕ ਯੂ ਜੀ। ਬਹੁਤ ਐਜੂਕੇਟਿਵ ਆ। ਥੈਂਕ ਯੂ। ਔਰ ਆ ਜਿਹੜਾ ਗੁੱਸਾ ਜਿਹੜਾ ਤੁਸੀਂ ਟੌਪਿਕ ਲਿਆਂਦਾ, ਇਹ ਤਾਂ ਮੈਂ ਦੇਖਿਆ ਹਰ ਇਨਸਾਨ ਹੀ ਗੁੱਸੇ ਨਾਲ ਭਰਿਆ ਹੋਇਆ ਹੈ। ਔਰ ਥੋੜੀ ਜਿਹੀ ਆਪਣੇ ਆਪ ਨੂੰ ਸੁਲਝਾਉਣਾ ਪੈਂਦਾ ਹੈ। ਜਿਹੜੇ ਸੁਲਝ ਇਨਸਾਨ ਆ ਉਹ ਥੋੜਾ ਜਿਹਾ ਗੁੱਸਾ ਕੰਟਰੋਲ ਕਰ ਸਕਦੇ ਆ। ਮੈਂ ਨਾ ਥੋੜਾ ਜਿਹਾ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸਣਾ ਚਾਹੁੰਦਾ ਕਿ ਗੁੱਸਾ ਤਾਂ ਮੇਰੇ 'ਚ ਵੀ ਹੈਗਾ ਆ, ਸਾਰਿਆਂ ਵਿੱਚ ਹੀ ਹੈ। ਹਾਂਜੀ। ਪਰ ਇੱਕ ਦਿਨ ਮੈਂ ਗੱਡੀ 'ਚ ਚਲਾ ਰਿਹਾ ਸੀ, ਮੇਰੇ ਨਾਲ ਕੋਈ ਬੈਠਾ ਸੀ ਤੇ ਮੇਰੀ ਆਪਣੀ ਛੋਟੀ ਲੜਕੀ ਪਿੱਛੇ ਬੈਠੀ ਸੀ। ਅੱਛਾ ਜੀ। ਤੇ ਮੈਂ ਆਪਣੇ ਨਾਲ ਦੇ ਆਦਮੀ ਨੂੰ ਦੱਸ ਰਿਹਾ ਸੀ ਕੋਈ ਚੀਜ਼, ਉਹ ਸਮਝਦਾ ਨਹੀਂ ਸੀ। ਮੈਂ ਆਪਣਾ ਟੋਨ ਜਿਹੜੀ ਆ ਉੱਚੀ ਕਰਨ ਲੱਗ ਪਿਆ, ਹੋਰ ਉੱਚੀ ਕਰਨ ਲੱਗ ਪਿਆ, ਤੇ ਉਹ ਜਦੋਂ ਉਹ ਸਮਝਿਆ ਨਹੀਂ ਅਜੇ ਵੀ ਪੂਰੀ ਗੱਲ ਨੂੰ, ਤੇ ਫਿਰ ਉਹ ਜੋ ਕੁਛ ਉਹਨੂੰ ਕਰਨਾ ਸੀ ਉਹ ਗੱਡੀ ਚੋਂ ਬਾਹਰ ਨਿਕਲਿਆ ਤੇ ਜਿਹੜਾ ਕੰਮ ਕਰਨਾ ਸੀ ਉਹ ਕਰ ਰਿਹਾ ਸੀ। ਪਰ ਮੇਰੀ ਲੜਕੀ ਮੈਨੂੰ ਪੁੱਛਦੀ ਕਿ ਡੈਡੀ ਜੀ ਤੁਸੀਂ ਉਹਨੂੰ ਕੀ ਕਹਿਣਾ ਚਾਹੁੰਦੇ ਸੀ? ਮੈਂ ਉਹਨੂੰ ਦੱਸਿਆ ਸੀ ਕਿ ਮੈਨੂੰ ਆਹ ਕਹਿਣਾ ਚਾਹੁੰਦਾ ਸੀ। ਉਹ ਸਮਝਦਾ ਨਹੀਂ ਸੀ। ਪਰ ਉਹ ਮੈਨੂੰ ਕਹਿੰਦੀ ਡੈਡੀ ਜੀ ਕੋਈ ਹੋਰ ਤਰੀਕਾ ਵੀ ਵਰਤਿਆ ਜਾ ਸਕਦਾ ਸੀ ਆਹਿਸਤਾ ਕਹਿਣ ਦਾ, ਕਿਉਂਕਿ ਸੇਮ ਚੀਜ਼ ਸਮਝਾ ਹੋ ਜਾਣੀ ਸੀ। ਮੈਂ ਦੇਖਿਆ ਕਿ ਇਹ ਜਿਹੜਾ ਗੁੱਸਾ ਆ ਇਹਦੇ ਨਾਲ ਤੁਸੀਂ ਆਪਣੀ ਮੈਸੇਜ ਕਰੈਕਟ ਨਹੀਂ ਦੇ ਸਕਦੇ। ਉਹ ਜਿਹੜਾ ਰੈਸੀਪੀਐਂਟ ਹੈ ਨਾ ਗੁੱਸੇ ਦਾ, ਉਹਨੂੰ ਤੁਹਾਡੀ ਜਿਹੜੀ ਟੋਨ ਹੈ ਉਹ ਦੱਸਦੀ ਨਹੀਂ ਕਿ ਕੀ ਕੰਮ ਕਰਨਾ ਜਾਂ ਕੀ ਕਰਨਾ ਆ। ਉਹ ਤੁਸੀਂ ਆਪਣੇ ਆਪ ਨੂੰ ਹੀ ਤੰਗ ਕਰੀ ਜਾਂਦੇ ਆ, ਆਪਣੇ ਆਪ ਨੂੰ ਬਿਮਾਰੀ ਚ ਲਈ ਜਾਂਦੇ ਆ। ਤੇ ਜੇ ਉਹ ਗੁੱਸੇ ਜਿੱਤੇ ਤੁਸੀਂ ਗੁੱਸੇ ਹੋ ਰਹੇ ਆ, ਉਹ ਜੇ ਉਹ ਨਾ ਐਕਸੈਪਟ ਕਰੇ ਤਾਂ ਉਹਦਾ ਤਾਂ ਕੁਛ ਨਹੀਂ ਜਾਣਾ, ਤੁਹਾਡਾ ਹੀ ਗਿਆ ਜਿਹੜਾ ਕੁਛ ਜਾਣਾ ਹੈਗਾ। ਨਾਲੇ ਭਾਜੀ ਖਾਸ ਕਰਕੇ ਜਦੋਂ ਤੁਸੀਂ ਡਰਾਈਵ ਕਰ ਰਹੇ ਆ ਤੇ ਉਦੋਂ ਗੁੱਸਾ ਯਾਨੀ ਕਿ ਲੜਾਈ ਝਗੜਾ ਗੁੱਸੇ ਯਾਨੀ ਕਿ ਉਹਨੇ ਤੇ ਫਿਰ ਐਕਸੀਡੈਂਟ ਦਾ ਵੀ ਤੇ ਡਰ ਹੈ। ਬਿਲਕੁਲ ਬਿਲਕੁਲ ਜ਼ਿਆਦਾ ਹੈ। ਸੋ ਆ ਮੈਂ ਦੇਖਿਆ ਕਿ ਇਨਸਾਨ ਨੂੰ ਸੁਲਝਣਾ ਪੈਣਾ ਹੈ। ਜੇ ਅਗਰ ਗੁੱਸਾ ਜ਼ਿਆਦਾ ਹੀ ਆ ਜਾਂਦਾ ਇਹਦੀ ਥੈਰੇਪੀ ਲੈਣੀ ਪੈਣੀ ਹੈ, ਤਾਂ ਹੀ ਇਹਦਾ ਪਾਰ ਉਤਾਰਾ ਹੈਗਾ। ਪਰ ਕਈ ਗੱਲਾਂ ਵਿੱਚ ਭਾਜੀ ਇਹ ਵੀ ਗੱਲ ਹੁੰਦੀ ਹੈ ਨਾ ਵੀ ਸਾਨੂੰ ਗੁੱਸਾ ਕਰਨਾ ਵੀ ਚਾਹੀਦਾ ਜਿੱਥੇ ਤੁਹਾਡਾ ਇਨਜਸਟਿਸ ਹੋ ਰਿਹਾ ਹੈਗਾ ਬਹੁਤ ਜ਼ਿਆਦਾ ਦਬਾਅ ਪਾ ਰਹੇ। ਜਿੱਦਾਂ ਹੁਣ ਜੇ ਆਪਾਂ
ਆਪਣੇ ਮੁਲਕ ਦੀ ਵੀ ਗੱਲ ਲਈਏ, ਜੇ ਅਸੀਂ ਸਾਡੇ ਫਰੀडम ਫਾਈਟਰ ਨਾ ਹੁੰਦੇ ਤੇ ਜਿੱਥੇ ਇਨਜਸਟਿਸ ਯਾਨੀ ਕਿ ਹੋ ਰਿਹਾ ਸੀਗਾ ਤੇ ਉਹਨਾਂ ਨੂੰ ਗੁੱਸਾ ਆਇਆ ਤੇ ਫਿਰ ਹੀ ਉਹਨਾਂ ਨੇ ਉਹ ਕੰਮ ਕੀਤਾ। ਮੈਨੂੰ ਲੱਗਦਾ ਨਹੀਂ ਕਿ ਉਹਨਾਂ ਦਾ ਗੁੱਸਾ ਆਇਆ, ਉਹ ਤਾਂ ਆਪਣਾ ਉਹਨਾਂ ਦਾ ਦ੍ਰਿੜ ਮਾਈਂਡ ਸੀ ਕਿ ਆ ਇਨਜਸਟਿਸ ਹੋ ਰਿਹਾ ਤੇ ਸਾਡੇ ਕੋਲ ਉਹ ਲਿਆਕਤ ਹੈਗੀ ਆ ਜਿਹਦੇ ਨਾਲ ਅਸੀਂ ਉਹਨਾਂ ਨੂੰ ਸਟਾਪ ਕਰ ਸਕਦੇ ਹਾਂ। ਮਨ ਦੇ ਵਿੱਚ ਉਹ ਗੁੱਸੇ ਵਾਲੇ ਆਦਮੀ ਨਹੀਂ ਹੋਣਗੇ। ਨਹੀਂ, ਵੈਸੇ ਮੈਂ ਕਹਿੰਦਾ ਲੈ ਵੀ ਇਨਜਸਟਿਸ ਦੇ ਖਿਲਾਫ ਤੁਹਾਡਾ ਮਨ ਤਾਂ ਹੁੰਦਾ ਹੋਣਾ, ਉਹਦੇ ਖਿਲਾਫ ਤਾਂ ਤੁਸੀਂ ਖੜਦੇ ਹੈ ਨਾ? ਫਿਰ ਖੜਦੇ ਆ ਬਿਲਕੁਲ। ਉਦੋਂ ਥੋੜਾ ਜਿਹਾ ਲੱਗਦਾ ਲੈ ਵੀ ਆਹ ਜਾਤੀ ਹੋ ਰਹੀ ਹੈਗੀ, ਲਈ ਮੈਨੂੰ ਗੁੱਸਾ ਕਰਨਾ ਚਾਹੀਦਾ ਇੱਥੇ। ਹਾਂਜੀ ਹਾਂਜੀ। ਪਰ ਜਿਹੜਾ ਜਿੱਦਾਂ ਤੁਸੀਂ ਦੱਸੀ ਗੱਲ ਕੀਤੀ ਹੈ, ਜਿੱਦਾਂ ਹੁਣ ਬੱਚਾ ਹੈਗਾ, ਬੱਚੇ ਨੂੰ ਤਾਂ ਵਿਚਾਰੇ ਨੂੰ ਪਤਾ ਹੀ ਨਹੀਂ ਹੈ, ਤੁਸੀਂ ਉਹਦੇ ਮਾਰਨਾ ਸ਼ੁਰੂ ਕਰਤਾ, ਉਹਨੂੰ ਤਾਂ ਸਮਝ ਹੀ ਨਹੀਂ ਲਿਆ ਵੀ ਤੁਸੀਂ ਕਹਿ ਕੀ ਰਹੇ ਹੈਗੇ ਆ। ਬਿਲਕੁਲ। ਜੇ ਬੱਚਾ ਹੁਣ ਗੁਆਂਢ ਕਿਸੇ ਦੇ ਗਿਆ ਹੈਗਾ ਜਾਂ ਕਿਸੇ ਹੋਰ ਦੇ ਗਿਆ, ਉੱਥੋਂ ਉਹ ਗਾਲਾਂ ਸਿੱਖਿਆ ਹੈਗਾ, ਐਫ ਵਰਡ ਯੂਜ਼ ਕਰਦਾ ਹੈਗਾ, ਤੁਸੀਂ ਉਹਨੂੰ ਮਾਰਨਾ ਸ਼ੁਰੂ ਕਰਤਾ, ਉਹਨੂੰ ਤਾਂ ਵਿਚਾਰੇ ਨੂੰ ਪਤਾ ਨਹੀਂ ਲੱਗਿਆ ਇਹਦਾ ਮਤਲਬ ਕੀ ਹੈ। ਬਿਲਕੁਲ। ਡਾਕਟਰ ਸਾਹਿਬ ਜੀ, ਇੱਕ ਨਾ ਕੈਨੀਆ ਦੀ ਕੱਲ ਦੀ ਹੁਣ ਨਿਊਜ਼ ਹੈਗੀ ਆ, ਇਹ ਜਿਹੜੇ ਬੱਚੇ ਸਕੂਲ ਦੇ ਬੱਚੇ ਆ, ਇਹਨਾਂ ਨੇ ਡੋਰਮੈਟਰੀਆਂ ਬੜੀਆਂ ਸਾੜ ਦਿੱਤੀਆਂ, ਜਿਹਦੇ ਚ ਪੜ੍ਹਦੇ ਆ ਨਾ, ਡੋਰਮੈਟਰੀਆਂ ਸਾੜ ਦਿੱਤੀਆਂ, ਕੋਈ ਕਾਰਨਾਂ ਕਰਕੇ ਸਾੜ ਦਿੱਤੀਆਂ। ਪਰ ਗਵਰਨਮੈਂਟ ਨਾ ਹੁਣ ਜਿਹੜੇ ਮਿਨਿਸਟਰ, ਐਜੂਕੇਸ਼ਨ ਦਾ ਮਿਨਿਸਟਰ ਹੈ ਜਾਂ ਸਿਕਿਉਰਿਟੀ ਦਾ ਮਿਨਿਸਟਰ ਹੈਗਾ, ਉਹ ਸੋਚ ਰਹੇ ਆ ਕਿ ਅਸੀਂ ਉਹ ਜਿਹੜੀ ਆ ਨਾ ਚਾਈਲਡ ਕੇਨਿੰਗ ਉਹ ਵਾਪਸ ਲੈ ਕੇ ਆਈਏ, ਕਿਉਂਕਿ ਉਹਨਾਂ ਨੂੰ ਉਹ ਜਿਹੜੀ ਪਹਿਲਾਂ ਸੋਚਿਆ ਸੀ ਕਿ ਬਈ ਚਾਈਲਡ ਕੇਨ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਲੱਗਦਾ ਕਿ ਇਹ ਏਲੀਅਨ ਚੀਜ਼ ਹੈ, ਸਾਡੇ ਬੱਚੇ ਸਮਝਦੇ ਨਹੀਂ ਹੈਗੇ। ਪਰ ਉਹਦੇ ਦੂਸਰੇ ਗਰੁੱਪ ਹੈਗੇ ਨਾ, ਉਹ ਦੱਸਦੇ ਕਿ ਬਈ ਇਹਨਾਂ ਨੂੰ ਕੇਨ ਕਰਕੇ ਨਹੀਂ ਜਵਾਬ ਦੇਣਾ ਪੈਣਾ, ਇਹਨਾਂ ਨੂੰ ਚੰਗੀ ਤਰ੍ਹਾਂ ਸਮਝਾ ਕੇ ਉਹ ਗੱਲ ਠੀਕ ਕਰਨੀ ਪੈਣੀ ਹੈ। ਇਹ ਗੱਲ ਤੁਸੀਂ ਬੜੀ ਜ਼ਬਰਦਸਤ ਕੀਤੀ ਹੈ, ਕਿਉਂਕਿ ਇੰਡੀਆ ਵਿੱਚ ਤਾਂ ਸਾਡੇ ਜਦੋਂ ਉੱਥੇ ਮੈਂ ਵੀ ਸੀ ਪੜ੍ਹਦਾ, ਉੱਥੇ ਦਾ ਕੁੱਟ ਕਟਾਪਾ, ਯਾਨੀ ਕਿ ਜਿਹੜੇ ਟੀਚਰ ਸੀ, ਬੁੱਚੜ ਸੀ, ਉਹ ਕੁੱਟਦੇ ਮਾਰਦੇ ਹੁੰਦੇ ਸੀ, ਬਹੁਤ ਸਾਰੀਆਂ ਜ਼ਿੰਦਗੀਆਂ ਵੀ ਲੋਕਾਂ ਦੀ ਖਰਾਬ ਕੀਤੀਆਂ। ਪਰ ਜਦੋਂ ਇੱਥੇ ਆਣ ਕੇ ਪੜ੍ਹਾਈਆਂ ਕੀਤੀਆਂ ਜਾਂ ਫਰਦਰ ਸਟੱਡੀਆਂ ਕੀਤੀਆਂ ਉੱਥੇ ਵੀ, ਅਤੇ ਸਾਈਕੋਲੋਜੀ ਨੂੰ ਜਾਣਿਆ, ਮਨੋਵਿਗਿਆਨ ਕੀ ਹੈ, ਉਹਨਾਂ ਨੇ ਕਹਿ ਲਿਆ ਵੀ ਇਹ ਬਹੁਤ ਵਾਹਿਯਾਤ ਗੱਲ ਹੈ। ਇਹਦੇ ਨਾਲ ਬੱਚੇ ਦੇ ਮਨ 'ਤੇ ਬਹੁਤ ਭੈੜਾ ਅਸਰ ਪੈਂਦਾ ਹੈਗਾ ਅਤੇ ਉਹਦੇ ਵਿੱਚ ਨਫ਼ਰਤ ਫੈਲਦੀ ਹੈਗੀ ਆ। ਇਹਨਾਂ ਨੇ ਸਾਈਕੋਲੋਜੀਕਲੀ ਪ੍ਰੂਵ ਕੀਤਾ ਹੈ ਵੀ ਇੱਦਾਂ ਬੱਚਾ ਕਦੇ ਵੀ ਠੀਕ ਨਹੀਂ ਹੋ ਸਕਦਾ, ਉਹ ਸਮਾਂ ਢੀਠ ਬਣੂਗਾ, ਤੁਸੀਂ ਉਹਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਹੋ। ਬਿਲਕੁਲ ਬਿਲਕੁਲ। ਕਿਉਂਕਿ ਸਾਡੇ ਤਾਂ ਉੱਥੇ ਪੜ੍ਹਾਉਣਾ ਆਉਂਦਾ ਹੀ ਨਹੀਂ ਹੈ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਪੜ੍ਹਾਈ ਹੁੰਦੀ ਕੀ ਹੈ, ਹਾਊ ਟੂ ਟੀਚ। ਬਿਲਕੁਲ। ਅਤੇ ਇਸ ਕਰਕੇ ਮੈਂ ਸਮਝ ਲਿਆ ਵੀ ਯਾਨੀ ਕਿ ਜਿਹੜੀ ਆ ਕੇਨਿੰਗ ਵਾਲੀ ਗੱਲ ਹੈਗੀ ਹੈ ਤਾਂ ਬਹੁਤ ਅਨਸਿਵਲਾਈਜ਼ਡ ਹੈਗੀ ਆ, ਅਤੇ ਇਸ ਤਰੀਕੇ ਨਾਲ ਜਿਹੜਾ ਕਿਸੇ ਨੂੰ ਕੋਈ ਤੁਸੀਂ ਸਮਝਾ ਨਹੀਂ ਸਕਦੇ। ਹਾਂਜੀ ਬਿਲਕੁਲ। ਇਹ ਦੋ ਕੰਟਰੋਵਰਸ਼ੀਅਲ ਗਰੁੱਪਸ ਉੱਤੇ ਹੁਣ ਇਹ ਕੰਮ ਕਰ ਰਹੇ। ਅੱਛਾ ਜੀ, ਹਾਂਜੀ, ਠੀਕ ਹੈ ਜੀ, ਠੀਕ ਹੈ, ਚੰਗਾ ਜੀ, ਓਕੇ ਜੀ, ਬਹੁਤ ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਭਾਜੀ ਪੁਰਸ਼ੋਤਮ ਹੋਣੀ, ਜਿਨ੍ਹਾਂ ਨੇ ਆਪਣੇ ਵਿਚਾਰ ਸਾਨੂੰ ਸਾਂਝੇ ਕੀਤੇ। ਸਾਡੇ ਤੋਂ ਅਜੇ ਵੀ 13 ਮਿੰਟ ਹੈਗੇ ਆ, ਤੁਸੀਂ ਟੈਲੀਫੋਨ ਕਾਲ ਜਿਹੜੀਆਂ ਕਰ ਸਕਦੇ ਹੈਗੇ ਆ 0300 770 2246 ਨੰਬਰ ਜਿਹੜਾ ਸਾਡੀ ਸਕਰੀਨ 'ਤੇ ਵੀ ਆ ਰਿਹਾ ਹੈਗਾ, ਕਿਉਂਕਿ ਮੈਂ ਮਸਲੇ ਇਹੋ ਜਿਹਾ ਲੈ ਕੇ ਆਉਣਾ ਜਿਹੜੇ ਕਿ ਤੁਹਾਡੇ ਨਾਲ, ਮੇਰੇ ਨਾਲ, ਆਪਣੇ ਸਾਰਿਆਂ ਨਾਲ ਸੰਬੰਧਿਤ ਹੁੰਦੇ ਆ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ ਆ? ਵੈਲਕਮ ਹੈ ਜੀ। ਹੈਲੋ ਜੀ, ਮੈਂ ਧਰਮਚੰਦ ਮੇਹ ਬੋਲ ਰਿਹਾ। ਹਾਂਜੀ ਧਰਮਚੰਦ ਜੀ, ਕੀ ਕਹਿਣਾ ਚਾਹੋਗੇ? ਤੁਹਾਨੂੰ ਵੀ ਗੁੱਸਾ ਚੜ੍ਹਦਾ ਕਦੀ? ਮੈਂ ਘਰ 'ਚ ਇਕੱਲਾ ਬੈਠਾ ਸੀ, ਮੈਂ ਕਿਹਾ ਮੈਨੂੰ ਗੁੱਸਾ ਜਿਹਾ ਆਉਂਦਾ, ਮੈਂ ਕਿਹਾ ਫਾਤੇ ਕੱਢਣਾ। ਕੱਢ ਦਿਓ, ਫਿਰ ਕੱਢ ਦਿਓ ਜਿੰਨਾ ਗੁੱਸਾ ਹੈਗਾ। ਜਿਹੜਾ ਗੁੱਸਾ ਹੈ, ਗੁੱਸਾ ਹਰ ਇੱਕ ਇਨਸਾਨ ਨੂੰ ਆਉਂਦਾ, ਪਰ ਉਹਦੀ ਇੱਕ ਮਕਦਾਰ ਹੋਣੀ ਚਾਹੀਦੀ ਹੈ। ਜਦੋਂ ਘਰ ਵਿੱਚ ਗੁੱਸਾ ਇਨਸਾਨ ਨੂੰ ਘੱਟ ਆਉਂਦਾ, ਕਿਉਂਕਿ ਉਹਨੂੰ ਪਤਾ ਮੇਰੇ ਗੁੱਸਾ ਕੀਤਾ ਤੇ ਮੈਨੂੰ ਰੋਟੀ ਆਪ ਖਾਣੀ ਪੈਣੀ ਆ ਜਾਂ ਉਹਦਾ ਠੰਡੀ ਖਾਣੀ ਪੈ ਜਾਂਦੀ। ਅੱਛਾ। ਜਿਹੜਾ ਗੁੱਸਾ ਬਾਹਰ ਆਉਣਾ ਉਹ ਲੋਕ ਠੰਡਾ ਕਰ ਦਿੰਦੇ ਆ। ਅੱਛਾ। ਜਿਹੜਾ ਗੁੱਸਾ, ਗੁੱਸੇ ਦਾ ਕੋਈ ਕਾਰਨ ਹੋਣਾ ਚਾਹੀਦਾ। ਜੇ ਕੋਈ ਸੋਲਿਡ ਕਾਰਨ ਹੈ ਗੁੱਸੇ ਦਾ, ਤਾਂ ਉਹਦਾ ਜਿਹੜਾ ਹੱਲ ਆ ਉਹ ਵੀ ਤੁਸੀਂ ਸੋਚਣ ਲੱਗ ਪੈਂਦੇ ਆ ਵੀ ਜਿਹੜਾ ਮੈਨੂੰ ਗੁੱਸਾ ਆਇਆ, ਇਹ ਕੋਈ ਗੱਲ ਗਲਤ ਹੋ ਰਹੀ ਆ। ਜੇ ਇਹਨੂੰ ਕਈ ਵਾਰੀ ਹੁੰਦਾ ਤੁਹਾਨੂੰ ਗੁੱਸਾ ਆਉਂਦਾ ਰਿਹਾ, ਕਾਰਨ ਦਾ ਨਹੀਂ ਪਤਾ। ਜਦੋਂ ਤੁਹਾਨੂੰ ਗੁੱਸਾ ਆ ਕੇ ਹਟਦਾ, ਫੇਰ ਤੁਸੀਂ ਦੇਖਦੇ ਹੋ ਮੈਨੂੰ ਗੁੱਸਾ ਇਸ ਕਾਰਨ ਕਰਕੇ, ਜਿਹੜਾ ਦੂਜੇ ਦਾ ਇਹ ਕੰਮ ਹੈ ਇਹ ਵਿਗਾੜਿਆ ਵੀ ਨਹੀਂ ਸੀ। ਜਿਹੜੇ ਸਾਨੂੰ ਕਾਰਨ ਸਮਝਣਾ ਚਾਹੀਦਾ। ਕਈ ਵਾਰੀ ਕਿਸੇ ਨੂੰ ਕੋਈ ਬਿਮਾਰੀ ਵੀ ਹੋ ਸਕਦੀ ਹੈ, ਬਲੱਡ ਪ੍ਰੈਸ਼ਰ ਹਾਈ ਹੋ ਸਕਦਾ, ਤੇ ਜਿਹੜਾ ਗੁੱਸਾ ਹੈਗਾ ਆ ਐਵਰੇਜ ਹੀ, ਉਹਦਾ ਕੋਈ ਖਤਰਾ ਨਹੀਂ ਹੈ। ਜਦੋਂ ਗੁੱਸਾ ਉਹ ਜ਼ਰੂਰਤ ਤੋਂ ਜ਼ਿਆਦਾ ਆਉਂਦਾ, ਉਹਦਾ ਕੋਈ ਕਾਰਨ ਹੈ। ਜ਼ਿਆਦਾ ਗੁੱਸਿਆਂ ਨੂੰ ਚਾਹੀਦਾ ਡਾਕਟਰ ਨਾਲ ਗੱਲ ਕਰੇ, ਕਿਉਂਕਿ ਮਾਨਸਿਕ ਬਿਮਾਰੀ ਹੈ। ਤਾਂ ਫਿਰ
ਬਿਲਕੁਲ ਬਿਲਕੁਲ, ਕਿਉਂਕਿ ਜੇ ਤੁਹਾਨੂੰ ਗੁੱਸਾ ਬਿਲਕੁਲ ਨਹੀਂ ਆਉਂਦਾ ਫੇਰ ਵੀ ਬਿਮਾਰੀ ਆ। ਹਾਂਜੀ ਹਾਂਜੀ। ਤੇ ਇਸ ਕਰਕੇ ਘਰ ਵਾਲੇ ਨਾ ਕਦੇ ਗੁੱਸਾ ਨਾ ਕਰੋ। ਅੱਛਾ ਜੀ। ਨਹੀਂ ਉਹ ਤੁਹਾਨੂੰ ਪਤਾ ਬਸ ਓਕੇ, ਤੁਹਾਨੂੰ ਆਪ ਨੂੰ ਪ੍ਰੋਬਲਮ ਪੈਣੀ ਆ। ਜੇ ਤੁਸੀਂ ਪਾਣੀ ਮੰਗਿਆ ਤਾਂ ਹੁਣ ਚਾਹ ਲੈ ਕੇ ਰੱਖ ਲੈਣੀ ਹੈ, ਜੇ ਚਾਹ ਮੰਗੀ ਤਾਂ ਪਾਣੀ ਲੈ ਕੇ ਰੱਖ ਲੈਣਾ, ਫਿਰ ਹੋਰ ਕੋਈ ਕੰਮ ਖਰਾਬ ਹੋਣਾ। ਠੀਕ ਹੈ ਜੀ, ਠੀਕ ਆ। ਇਸ ਕਰਕੇ ਜਿਹੜਾ ਗੁੱਸੇ ਦਾ ਕਾਰਨ ਹੈ ਨਾ, ਗੁੱਸਾ ਆਉਣਾ, ਇਹਨੂੰ ਐਕਸੈਪਟ ਕਰੋ, ਉਹਦਾ ਕਾਰਨ ਪਤਾ ਕਰੋ ਵੀ ਮੈਂ ਗੁੱਸੇ ਕਿਹੜੀ ਗੱਲ ਤੋਂ। ਠੀਕ ਆ। ਤੇ ਜਦੋਂ ਤੁਸੀਂ ਕਾਰਨ ਦਾ ਤੁਸੀਂ ਰੀਜ਼ਨ ਲੱਭੋਗੇ ਤਾਂ ਉਹਦਾ ਹੱਲ ਵੀ ਤੁਹਾਨੂੰ ਬਿਲਕੁਲ ਲੱਭ ਜਾਣਾ। ਮੈਂ ਸਮਝ ਲਿਆ ਜਦੋਂ ਆਪਾਂ ਧਰਮਚੰਦ ਜੀ ਰੀਜ਼ਨ ਲੱਭਣ ਲੱਗ ਪੈਣੀ ਤੇ ਗੁੱਸਾ ਆਪਣੇ ਆਪ ਹੀ ਹਟ ਹੀ ਜਾਂਦਾ। ਬਿਲਕੁਲ। ਮੈਂ ਇੰਡੀਆ 'ਚ ਕੋਈ ਗੱਲ ਕੀਤੀ ਸੀ, ਮੈਨੂੰ ਗੱਲ ਹੱਲੇ ਵੀ ਚੇਤੇ ਆ। ਮੈਨੂੰ ਕਿਸੇ ਸਤਿਕਾਰਯੋਗ ਘਰਦਿਆਂ ਨੇ ਦੱਸਿਆ ਵੀ ਇਹ ਜਿਹੜਾ ਸਾਡਾ ਬੰਦਾ ਨੂੰ ਗੁੱਸਾ ਬਹੁਤ ਆਉਂਦਾ, ਲੜਦਾ ਹੀ ਰਹਿੰਦਾ। ਮੈਂ ਕਿਹਾ ਇਹ ਤਾਂ ਗੱਲ ਹੀ ਬੜੀ ਸੌਖੀ ਆ। ਮੈਨੂੰ ਪੁੱਛਿਆ ਵੀ ਤੂੰ ਲੜਦਾ ਕਾਹਨੂੰ ਹੁੰਦਾ? ਉਹ ਕਹਿੰਦਾ ਵੀ ਜਦੋਂ ਵੀ ਮੈਂ ਰੋਟੀ ਮੰਗਦਾ ਮੈਂ ਕੁਛ ਹੋਰ ਮੰਗਦਾ, ਬਣਾਇਆ ਕੁਛ ਹੋਰ ਹੁੰਦਾ। ਮੈਂ ਕਿਹਾ ਵੀ ਏਦਾਂ ਕਰਿਆ ਕਰੋ, ਜਦੋਂ ਤੁਸੀਂ ਗੱਲ ਕੀਤਾ ਲੜਾਈ ਕਰਨ ਨੂੰ, ਉਹਨੂੰ ਕਹੇ ਕੱਲ ਨੂੰ ਆਪਾਂ ਇੰਨੇ ਵਜੇ ਕੋਈ ਕੰਮ ਨਾ ਛੇੜੀ, ਆਪਾਂ ਅੱਜ ਗੱਲ ਚੱਲਦੀ ਹੈ, ਇਹਦਾ ਫੈਸਲਾ ਕਰਨਾ। ਠੀਕ ਹੈ, ਠੀਕ ਹੈ। ਉਹ ਕਹਿੰਦੇ ਫੇਰ ਲੜਾਈ ਨਹੀਂ ਰਹਿਣੀ। ਮੈਂ ਕਿਹਾ ਵੇਦੇ ਮੁੱਕਣੀਆਂ ਜੇ ਤੁਸੀਂ ਉਦੋਂ ਜਿਹੜਾ ਗੁੱਸਾ ਇਸ ਕਰਕੇ ਜ਼ਿਆਦਾ ਆਉਂਦਾ ਹੋਵੇ ਤੁਸੀਂ ਯਕਦਮ ਕਿਸੇ ਗੱਲ ਨੂੰ ਨਿਬੇੜਨਾ ਚਾਹੁੰਦੇ ਆ। ਠੀਕ ਹੈ ਜੀ, ਠੀਕ ਹੈ। ਤੁਹਾਡੇ ਦਿਮਾਗ ਦੇ ਕੋਲ ਇੰਨਾ ਟਾਈਮ ਨਹੀਂ ਹੁੰਦਾ। ਠੀਕ ਹੈ। ਜੇ ਤੁਸੀਂ ਡਿਲੇ ਕਰਦੇ ਹੋ ਨਾ ਆਪਣੀ ਗੱਲ ਨੂੰ, ਆਪਾਂ ਠਹਿਰ ਕੇ ਕਰ ਲੈਂਦੇ ਆ, ਤੇ ਉਹਦਾ ਜਿਹੜਾ ਹੈਗਾ ਹੱਲ ਉਹ ਤੁਹਾਡੇ ਆਪ ਦੇ ਕੋਲ ਹੀ ਹੁੰਦਾ। ਵੈਰੀ ਗੁੱਡ, ਵੈਰੀ ਗੁੱਡ ਧਰਮਚੰਦ ਜੀ, ਵੈਰੀ ਗੁੱਡ। ਥੈਂਕ ਯੂ ਵੈਰੀ ਮਚ। ਥੈਂਕ ਯੂ। ਬਹੁਤ ਬਹੁਤ ਮਿਹਰਬਾਨੀ। ਇਹ ਤਾਂ ਸੀ ਧਰਮਚੰਦ ਮਹੇ ਹੋਣੀ, ਜਿਹੜੇ ਮੇਰੇ ਨਾਲ ਅਸੀਂ ਦੋਨੇ ਇਕੱਠੇ ਪ੍ਰੋਗਰਾਮ ਫਰਾਈਡੇ ਨੂੰ ਕਰਦੇ ਹਾਂ। ਅਤੇ ਤੁਸੀਂ ਵੀ ਟੈਲੀਫੋਨ ਕਾਲਸ ਮੈਨੂੰ ਪਤਾ ਜਾਣੀ ਕਿ ਕਾਲਸ ਵੇਟ ਕਰ ਰਹੀਆਂ ਹੈਗੀਆਂ, ਅਤੇ ਮੈਂ ਚਾਹੁੰਦਾ ਲੈ ਤੁਸੀਂ ਥੋੜ੍ਹਾ ਟਾਈਮ ਜਾਣੀ ਕਿ ਲਵੋ, ਕਿਉਂਕਿ ਕਾਫੀ ਕਾਲ ਜਿਹੜੀਆਂ ਪਿੱਛੇ ਵੇਟ ਕਰ ਰਹੀਆਂ ਹੈਗੀਆਂ, ਤਾਂ ਕਿ ਟੂ ਦੀ ਪੁਆਇੰਟ ਗੱਲ ਕਰੀ ਸੀ। ਮੈਂ ਸਾਰਿਆਂ ਨੂੰ ਟਾਈਮ ਦੇਣਾ ਚਾਹੁੰਦਾ। ਹੈਲੋ ਜੀ, ਕੌਣ ਤੇ ਜੀ, ਕਿੱਥੇ ਬੋਲਦੇ ਆ ਜੀ? ਹੈਲੋ ਜੀ, ਨਮਸਕਾਰ। ਹਰੀਸ਼ ਮਲਹੋਤਰਾ, ਮੈਂ ਚਾਂਦ ਬੋਲਦੀ ਹਾਂ। ਚਾਂਦ ਜੀ, ਤੁਹਾਨੂੰ ਵੀ ਕਦੀ ਗੁੱਸਾ ਚੜ੍ਹਦਾ? ਬਹੁਤ ਘੱਟ। ਅੱਛਾ ਜੀ। ਬਹੁਤ ਘੱਟ ਗੁੱਸਾ ਚੜ੍ਹਦਾ, ਪਰ ਕਈ ਵਾਰੀ ਜਿੱਦਾਂ ਵੀ ਬੱਚੇ ਘਰ 'ਚ ਗੰਦ ਪਾ ਦੇਣ, ਵੱਡੇ ਵੀ ਹੋ ਗਏ ਤਾਂ ਵੀ ਗੰਦ ਪਾਉਣ, ਤਾਂ ਵੀ ਫਿਰ ਬੜਾ ਗੁੱਸਾ ਚੜ੍ਹਦਾ। ਵੀ ਤੁਹਾਡੇ ਕੋਲ ਕਿਹੜਾ ਫਾਰਮੂਲਾ ਹੈਗਾ ਗੁੱਸੇ ਨੂੰ ਕੰਟਰੋਲ ਕਰਨ ਦਾ? ਗੁੱਸਾ ਜਿਹੜਾ ਹੈ ਫਿਰ ਬੰਦਾ ਆਪੇ ਸ਼ਾਂਤ ਹੋ ਜਾਂਦਾ ਜਦੋਂ ਉਹ ਬੋਲਣਾ ਹੀ ਨਹੀਂ ਉਹਨਾਂ ਨੇ। ਹਾਂ, ਇਹ ਤਾਂ ਹੈ। ਉਹਨਾਂ ਨੇ ਬੋਲਣਾ ਹੀ ਨਹੀਂ ਤਾਂ ਫਿਰ ਆਪਣਾ ਥੋੜਾ ਸਿਰ ਭੰਨੀ ਜਾਣਾ, ਆਪਾਂ ਆਪੇ ਹੀ ਸ਼ਾਂਤ ਹੋ ਜੀਦਾ। ਫਿਰ ਕਈ ਵਾਰੀ ਗੁੱਸੇ ਦੇ ਨਾਲ ਤੁਹਾਨੂੰ ਬੜੇ ਬਲੱਡ ਪ੍ਰੈਸ਼ਰ ਹੁੰਦੇ, ਕਈ ਬਿਮਾਰੀਆਂ ਲੱਗਦੀਆਂ ਜੇ ਤੁਸੀਂ ਗੁੱਸਾ ਕਰਦੇ ਆ। ਪਰ ਦੇਖੋ ਜੀ, ਜਿਹੜੀ ਗੱਲ ਤੁਸੀਂ ਗੁੱਸੇ ਦੇ ਨਾਲ ਕਰਨੀ ਆ ਉਹ ਸ਼ਾਂਤੀ ਨਾਲ ਵੀ ਹੋ ਸਕਦੀ ਆ, ਕਿਉਂਕਿ ਜਿਹੜੀ ਇਹ ਸ਼ਾਂਤੀ ਨਾਲ ਤੁਸੀਂ ਕਰਦੇ ਆ, ਨਾਲੇ ਤਾਂ ਤੁਹਾਡਾ ਇੱਕ ਬਲੱਡ ਪ੍ਰੈਸ਼ਰ ਨਹੀਂ ਹਾਈ ਹੁੰਦਾ, ਦੂਸਰਾ ਤੁਹਾਨੂੰ ਕੁਝ ਹੋਰ ਕੋਈ ਬਿਮਾਰੀਆਂ ਨਹੀਂ ਲੱਗਦੀਆਂ, ਕਿਉਂਕਿ ਗੁੱਸੇ ਦੇ ਨਾਲ ਬਹੁਤ ਬਿਮਾਰੀਆਂ ਲੋਕਾਂ ਨੂੰ ਲੱਗਦੀਆਂ ਆ। ਪਰ ਕਈ ਲੋਕ ਏਦਾਂ ਆ ਜਿਨ੍ਹਾਂ ਦੇ ਮੂੰਹ ਹੀ ਏਦਾਂ ਦੇ ਹੁੰਦੇ ਵੀ ਉਹ ਲੱਗਦੇ ਗੁੱਸੇ ਵਾਲੇ ਆ। ਇਹ ਵੀ ਆ ਨਾ, ਕਈ ਲੋਕ ਜਿਹੜੇ ਹੈਗੇ ਆ ਉਹਨਾਂ ਦਾ ਮੂੰਹ ਹੀ ਏਦਾਂ ਦਾ ਵਿਚਾਰਿਆਂ ਦਾ ਹੁੰਦਾ, ਉਹ ਗੁੱਸੇ ਵਾਲੇ ਲੱਗਦੇ ਆ ਪਰ ਉਹ ਗੁੱਸੇ ਵਾਲੇ ਹੁੰਦੇ ਨਹੀਂ। ਅੱਛਾ। ਕਈ ਏਦਾਂ ਵੀ ਆ, ਸਾਡੇ ਕੋਲ ਕਈ ਕਸਟਮਰ ਆਉਂਦੇ ਆ ਗੋਰੇ, ਉਹ ਏਦਾਂ ਲੱਗਦੇ ਹੁੰਦੇ ਵੀ ਜਿਹੜਾ ਸੜੇ ਜਿਹੇ ਹੁੰਦੇ ਆ, ਪਰ ਜਦੋਂ ਗੱਲਬਾਤ ਕਰਦੇ ਆ ਦੇ ਆਰ ਸੋ ਨਾਈਸ। ਇਹ ਵੀ ਹੁੰਦਾ ਹੈ, ਕਿਉਂਕਿ ਆਪਾਂ ਜੱਜ ਨਹੀਂ ਕਰ ਸਕਦੇ। ਹੁਣ ਜਿਹੜਾ ਇੰਡੀਆ ਦੇ ਵਿੱਚ ਆਪਾਂ ਪੜ੍ਹਦੇ ਹੁੰਦੇ ਸੀਗੇ, ਉਹਦੇ ਤੱਪੜਾਂ ਦੇ ਬਹਿਣਾ, ਤੇ ਸਾਡੇ ਟੀਚਰ ਦੇ ਕੋਲ ਏਡੀ ਸੋਟੀ ਹੋਣੀ ਜਿਹੜੀ ਕਿ ਜਿੱਥੇ ਬੱਚਾ ਬੈਠਾ ਜਿਹੜਾ ਸ਼ਰਾਰਤਾਂ ਕਰੂ ਉੱਥੇ ਉਹ ਮਾਰ ਦਿੰਦਾ ਹੁੰਦਾ ਸੀ। ਉਹ ਐਂਗਰੀ ਸੀ, ਉਹ ਵੀ ਤਾਂ ਗੁੱਸਾ ਹੀ ਸੀ। ਬਿਲਕੁਲ। ਤੇ ਇੱਥੇ ਹੁਣ ਇੰਨੇ ਨੇ ਬੱਚੇ ਹੁੰਦੇ ਆ ਸਕੂਲਾਂ ਦੇ ਵਿੱਚ, ਉਹ ਟੀਚਰਸ ਨੂੰ ਵੀ ਕਈ ਗਾਲਾਂ ਕੱਢ ਦਿੰਦੇ ਆ, ਉਹ ਫਿਰ ਵੀ ਸ਼ਾਂਤ ਰਹਿੰਦੇਗਾ, ਉਹ ਫਿਰ ਵੀ ਚੁੱਪ ਹੀ ਕੀਤੀਆਂ ਰਹਿੰਦੀਆਂ ਆ, ਕਿਉਂਕਿ ਬੱਚੇ ਨੂੰ ਤੁਸੀਂ ਜਿੱਦਾਂ ਪਿਆਰ ਦੇ ਨਾਲ ਸਮਝਾ ਸਕਦੇ ਆ, ਤੁਸੀਂ ਗੁੱਸੇ ਨਾਲ ਨਹੀਂ ਸਮਝਾ ਸਕਦੇ। ਕੋਈ ਵੀ ਚੀਜ਼ ਆ, ਜੇ ਤੁਸੀਂ ਕਿਸੇ ਦੇ ਨਾਲ ਵੀ, ਆਪਣੇ ਹਸਬੈਂਡ ਦੇ ਨਾਲ ਜਾਂ ਆਪਣੀ ਵਾਈਫ ਦੇ ਨਾਲ, ਹੁਣ ਲੋਕਾਂ ਨੂੰ ਗੁੱਸਾ ਚੜ ਕੇ ਫਿਰ ਉਹ ਕਹਿੰਦੇ ਮੈਂ ਰੋਟੀ ਨਹੀਂ ਖਾਣੀ, ਏਦਾਂ ਵੀ ਕਹਿ ਦਿੰਦੇ ਲੋਕ ਕਈ। ਤੇ ਇੰਡੀਆ ਦੇ ਵਿੱਚ ਲੋਕੀ ਚੱਕ ਕੇ ਥਾਲੀਆਂ ਵੀ ਮਾਰ ਦਿੰਦੇ ਸੀ, ਹੈ ਨਾ। ਇੱਥੇ ਵੀ ਮਾਰਦੇ ਹੋਣੇ ਆ, ਵੀ ਡੋਂਟ ਨੋ, ਪਰ ਇੱਥੇ ਵੀ ਕਰਦੇ ਹੋਣੇ, ਕਿਉਂਕਿ ਇੰਡੀਆ 'ਚ ਹੀ ਲੋਕੀ ਇੱਥੇ ਆਏ ਆ, ਹੈ ਨਾ। ਤੇ ਇਸ ਕਰਕੇ ਮੈਂ ਤਾਂ ਇਹੀ ਕਹੂੰਗੀ ਵੀ ਤੁਹਾਨੂੰ ਜਿਹੜਾ ਹੈਗਾ ਆ, ਜਿਹੜਾ ਤੁਸੀਂ ਗੁੱਸਾ ਕਰਦੇ ਆ, ਤੁਸੀਂ ਹੀ ਆਪਣੀ ਸਿਹਤ ਦੇ ਉੱਤੇ ਜਿਹੜਾ ਹੈਗਾ ਆ ਉਹ ਅਸਰ ਗਲਤ ਪਾਉਣੇ ਹੈਗੇ ਆ, ਤੇ ਨਾਲੇ ਲੋਕਾਂ ਦੇ ਵਿੱਚ ਕਹਿਣਾ ਛੱਡ ਪਰੇ, ਇਹਨਾਂ ਗੱਲ ਕੀ ਕਰਨੀ ਹੈ, ਤੇ ਗੁੱਸੇ ਖੋਰ ਆ। ਥੈਂਕ ਯੂ ਚਾਂਦ ਜੀ। ਓਕੇ ਦੈਨ, ਨਮਸਤੇ ਜੀ। ਬਹੁਤ ਮਿਹਰਬਾਨੀ ਜੀ। ਇਹ ਤਾਂ ਸੀ ਜੀ ਚਾਂਦ ਹੁਣੀ, ਜਿਨ੍ਹਾਂ ਨੇ ਟੈਲੀਫੋਨ ਕੀਤਾ, ਆਪਣੇ ਵਿਚਾਰ ਸਾਂਝੇ ਕੀਤੇ।
ਜੇ ਟੂ ਦੀ ਪੁਆਇੰਟ ਜਾਨੀ ਕਿ ਗੱਲ ਕਰੋ ਤਾਂ ਜਿਹੜੀਆਂ ਕਾਲਸ ਪਿੱਛੇ ਵੇਟ ਕਰ ਰਹੀਆਂ ਉਹਨਾਂ ਸਾਰਿਆਂ ਨੂੰ ਮਿਲਿਆ ਸਕਦਾ ਕਿਉਂਕਿ ਜੇ 6 ਮਿੰਟ ਸਾਡੇ ਤੋਂ ਹੈ। ਟੈਲੀਫੋਨ ਕਾਲ ਜਿਹੜੀ ਹੈਗੀ ਤੁਹਾਨੂੰ ਪਤਾ ਤੁਸੀਂ ਕਮਾ ਸਕਦੇ ਆ 0300। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲਦੇ ਆ? ਵੈਲਕਮ ਹੈ ਜੀ। ਹੈਲੋ ਭਾਜੀ, ਮੈਂ ਅਸ਼ਫਾਕ ਬੋਲਦਾ ਹੈਡ ਸਪੀਕਰ ਤੋਂ ਜੀ। ਹਾਂਜੀ, ਕੀ ਕਹਿਣਾ ਚਾਹੋਗੇ? ਭਾਜੀ ਕਹਿਣਾ ਇਹ ਆ ਬਈ ਦੋ ਚੀਜ਼ਾਂ ਆਪਾਂ ਡਿਸਕਸ ਕਰਦੇ ਗੁੱਸੇ ਤੇ। ਹਾਂਜੀ, ਇੱਕ ਤੇ ਡਿਫਰੈਂਟ ਗੱਲ ਆ ਜਿਹੜਾ ਆਪਾਂ ਕਹਿੰਦੇ ਉਹ ਯਾਰ ਇਹਦਾ ਮਾਮਾ ਬੜਾ ਗੁੱਸੇ ਵਾਲਾ ਸੀ, ਉਹ ਇਹਦਾ ਚਾਚਾ ਬੜਾ ਗੁੱਸੇ ਵਾਲਾ ਸੀ, ਇਹਦਾ ਪਿਓ ਬੜਾ ਗੁੱਸੇ ਵਾਲਾ ਸੀ। ਇਹ ਉਹ ਦੌਰ ਚ ਆਪਾਂ ਚਲੇ ਗਏ ਜਦੋਂ ਜੀਆਂ ਦੇ ਮਤਲਬ ਆਪਾਂ ਮਸਾਲਾ ਦੇ ਦਿੰਦੇ ਸੀ। ਦੂਜੀ ਗੱਲ ਇਹ ਆ ਭਾਜੀ ਵੀ ਸੋਸ਼ਲ ਮੀਡੀਆ ਦਾ ਦੌਰ ਆ ਅੱਜ ਕੱਲ, ਜਿਹੜਾ ਬੜਾ ਕੰਮ ਖਰਾਬ ਚੱਲਦਾ ਪਿਆ ਨਾ, ਜਿਹਦੇ ਤੇ ਮੈਂ ਵਰੀਡ ਆ, ਮੈਂ ਖੁਦ ਵਰੀਡ ਆ। ਹਾਲਾਂਕਿ ਮੈਂ ਇਕੱਲਾ ਬੰਦਾ, ਨਾ ਕੋ ਅੱਗੇ ਨਾ ਕੋ ਪਿੱਛੇ, ਮਗਰ ਵਰੀਡ ਮੈਂ ਆਪਣੀ ਨੈਕਸਟ ਜਨਰੇਸ਼ਨ ਵਾਸਤੇ ਹਾਂ ਵੀ ਜਿਹੜਾ ਮੀਡੀਆ ਦੇ ਉੱਤੇ ਆ ਗਾਣਿਆਂ ਨੇ ਆ ਦੂਜੀਆਂ ਚੀਜ਼ਾਂ ਨੇ, ਉਹ ਜੱਟ ਬੰਦੂਕ ਰੱਖਦਾ, ਉਹ ਬੰਦੂਕ ਤੋਂ ਸਵਾ ਬਈ ਉਹ ਤਾਂ ਰੋਟੀ ਨਹੀਂ ਖਾਂਦਾ, ਬਈ ਉਹਦੇ ਤਾਂ ਮੁੱਢ ਪਈ ਰਹਿੰਦੀ ਹਰ ਵੇਲੇ। ਇਹਨਾਂ ਚੀਜ਼ਾਂ ਨੇ ਭਾਜੀ ਜਿਹੜਾ ਨਾ ਕੰਮ ਬਹੁਤ ਖਰਾਬ ਕਰ ਦੇਣਾ ਫਿਊਚਰ ਦੇ ਵਿੱਚ। ਅੱਛਾ ਜੀ, ਉਹਦਾ ਹੱਲ ਇਹ ਆ ਭਾਜੀ ਵੀ ਜਿੱਥੇ ਮਾੜੀਆਂ ਚੀਜ਼ਾਂ ਦਿਖਾਈ ਜਾਂਦੀਆਂ ਹਨਾ, ਉੱਥੇ ਏਦਾਂ ਦੇ ਪ੍ਰੋਗਰਾਮ ਦਿਖਾਏ ਜਾਣ ਵੀ ਜਿੱਦਾਂ ਨਹੀਂ ਕਹਿੰਦੇ ਵੀ ਮੇਲੇ ਜਾਂਦਿਆਂ ਨੂੰ ਨਾ ਦੇਖੋ, ਮੇਲੇ ਆਉਂਦਿਆਂ ਨੂੰ ਦੇਖੋ। ਏਦਾਂ ਦੀ ਚੀਜ਼ ਅਗਰ ਦਿਖਾਈ ਜਾਵੇ, ਕੋਈ ਡਰਾਮੇ ਡਰੂਮੇ, ਕੋਈ ਦੂਜੇ ਤੀਜੇ, ਕੋਈ ਗੱਲਾਂ ਬਾਤਾਂ ਵੀ ਯਾਰ ਗੁੱਸੇ ਤੋਂ ਬਾਅਦ ਆ ਹੁੰਦਾ। ਸਾਡੇ ਭਾਜੀ ਕੰਟਰੀ ਚ ਪਾਕਿਸਤਾਨ ਚ ਨਾ ਕਿਸੇ ਵੇਲੇ ਸਟੂਡੈਂਟਾਂ ਨੂੰ ਨਾ ਜੇਲ੍ਹ ਦਾ ਵਿਜ਼ਿਟ ਕਰਾਉਂਦੇ ਹੁੰਦੇ ਸੀ। ਹਾਂਜੀ। ਅੱਛਾ, ਜੇਲ੍ਹ ਦਾ ਵਿਜ਼ਿਟ ਕਰਾਉਣ ਦਾ ਮਕਸਦ ਇਹ ਹੁੰਦਾ ਸੀਗਾ ਵੀ ਜਿਹੜੇ ਨਿਆਣੇ ਜਾਂ ਜਿਹੜੀ ਜਨਰੇਸ਼ਨ ਜਵਾਨ ਹੋ ਰਹੀ ਹੈ, ਜਿਨ੍ਹਾਂ ਨੇ ਗਾਂ ਸਮਝ ਆਈ ਨਾ ਬਾਗਡੋਰ ਸੰਭਾਲਣੀ ਆ, ਉਹ ਦੇਖ ਲੈਣ ਹਨਾ। ਬਿਲਕੁਲ। ਬਈ ਆਹ ਗੱਲ ਆਊਟ ਆਫ ਕੰਟਰੋਲ ਹੋਈ ਆ ਤੇ ਉਹਦਾ ਹੁਣ ਨਾ ਆਹ ਭੁਗਤਣਾ ਪੈਂਦਾ। ਅੱਛਾ, ਫੇਰ ਉਹ ਜਦੋਂ ਦੇਖਦੇ ਸੀ ਨਾ ਉਹਨਾਂ ਨੂੰ ਵੀ ਸਿਰ ਫੜ ਕੇ ਬੈਠਾ, ਕੋਈ ਵੀ ਜੁਰਮ ਤੋਂ ਬਾਅਦ ਇਹ ਨਹੀਂ ਕਹਿੰਦਾ ਬੰਦਾ ਹਾਂ ਵੀ ਮੇਰੇ ਤੋਂ ਚੰਗਾ ਹੋ ਗਿਆ ਹਨਾ ਜੀ। ਠੀਕ ਹੈ ਜੀ, ਠੀਕ ਆ। ਗੁੱਸੇ 'ਚ ਆ ਕੇ ਜਾਂ ਲੋਕਾਂ ਦੀ ਭੱਲ 'ਚ ਆ ਕੇ ਜਾਂ ਆਪਣੇ ਆਪ ਨੂੰ ਫੋਕਾ ਚੌਧਰੀ ਅਖਵਾਉਣ ਦੇ ਵਿੱਚ ਆ ਕੇ ਜਦੋਂ ਚੁੱਕ ਲੈਂਦਾ, ਜਦੋਂ ਬਾਅਦ ਚ ਭੁਗਤਣੀ ਪੈਂਦੀ ਹੈ ਨਾ ਜੀ, ਉਦੋਂ ਫਿਰ ਆਟੇ ਦਾਲ ਦਾ ਭਾਅ ਪਤਾ ਲੱਗਦਾ ਭਾਜੀ। ਥੈਂਕ ਯੂ ਭਾਜੀ, ਥੈਂਕ ਯੂ, ਬਹੁਤ ਮਿਹਰਬਾਨੀ ਮੇਰੇ ਵੀਰ, ਬਹੁਤ ਮਿਹਰਬਾਨੀ ਮੇਰੇ ਵੀਰ, ਥੈਂਕ ਯੂ ਵੈਰੀ ਮਚ। ਹੈਲੋ ਜੀ, ਕੌਣ ਤੇ ਜੀ? ਜਾਨੀ ਕਿ ਜਿਹੜਾ ਸਾਡੇ ਤੋਂ ਸਿਰਫ ਪੌਣੇ 4 ਮਿੰਟ ਹੈ, ਜੇ ਆਪਣੀ ਟੂ ਦੀ ਪੁਆਇੰਟ ਗੱਲ ਕਰੋ ਤਾਂ ਫਿਰ ਮੈਂ ਜਿੰਨੀਆਂ ਕਾਲਸ ਵੇਟ ਕਰਦੀਆਂ ਮੈਂ ਲੈ ਸਕਦਾ ਹੈਗਾ। ਹੈਲੋ ਜੀ, ਕੌਣ ਤੇ ਜੀ? ਇਨਕੇ ਜਿਹੜਾ ਹੈਗਾ ਵੇਟ ਕਰ ਰਹੇ। ਹੈਲੋ ਜੀ, मैं अर्चना बोल रही हूँ बर्मिंघम से। हाँ जी अर्चना जी, क्या कहना चाहोगे? पहले इसका वॉल्यूम सॉरी, मैं इसके ऊपर आज प्रोग्राम के ऊपर बात करने से ये एंगल आपने जो रखा है, गुस्सा रखा, बहुत ही अच्छा वो है ये टॉपिक, क्योंकि मुझे मालूम है कि आप टाइम नहीं है, 10 मिनट है सर। क्योंकि एंगर जो है ये इसका कारण क्या है? ये स्ट्रेस है। शॉर्ट में बताऊंगी, फैमिली प्रॉब्लम हो सकती हैं, फाइनेंशियल प्रॉब्लम हो सकती है जैसे कि आजकल कोरोना में हो रही है, अल्कोहल है, डिप्रेशन है, मेंटल हेल्थ कंडीशन हो सकती हैं, और इसके साथ साथ ये है कि इलनेस हो सकती है, लोनलीनेस हो सकता है। ये इन सब कारण से स्ट्रेस है, फिजिकल जो तुम्हारी जो बॉडी ठीक नहीं है, और या फिर तुम अकेले घर में बैठे हो, तुम किसी से बात शेयर नहीं कर सकते हो, और ये रीजन हो सकते हैं, एंग्जाइटी हो सकती है, वरीज हो सकती है, जिसके कारण तुम्हारा एंगर बढ़ता है। और जब तुम कोई तुम्हारे पास आता है तो जो दिन भर का एंगर है, जब वो हस्बैंड या कोई भी हो, उनसे आप की आर्ग्यूमेंट हो सकते हैं, पर इससे ये देखना चाहिए इसका नुकसान किसे है? हमें ही है, क्योंकि जब अगर हमें इन चीज़ों ये सब कुछ होगा हमारे बीच में, हमें ये सोचना चाहिए इसके कारण हमें ब्लड प्रेशर हो सकता है, चेस्ट पेन हो सकती है, हेडेक हो सकता है, स्लीप सो नहीं सकेंगे, अपनी इमोशनल प्रॉब्लम आ सकती है। तो ये सब कुछ आने के लिए मैं ये भी कहूँगी कि इससे निकलना कैसे चाहिए। थिंक बिफोर यू स्पीक। तुम्हें मालूम है कि जब लास्ट टाइम जब हुआ था ये केस, लड़ाई झगड़ा, तो उसे क्या हुआ था? तो अपने आप को थिंक करो बोलने से पहले, और ये अपने को काम रखो, अपने थोड़ी देर के हाथों की मुट्ठियों को बंद करो और सोचो, और उस जगह से निकल जाओ जहाँ पर आर्ग्यूमेंट है, एकदम बाहर निकल जाओ, जिससे कि तुम उस जगह से निकलो। और ये कभी मत सोचो आई एम द राइट, डोंट होल्ड ग्रज। उस समय अच्छा सोचो। अच्छा, जो मेन चीज मैं कहती हूँ, सब कुछ सबने बताया, मैं बच्चों को लेकर आ रही हूँ कि जो छोटे छोटे बच्चे हैं बिटवीन 2 to 7 year old, जब वो बच्चा गुस्सा आता है, वो चीजें फेंकता है, अपने टॉयज फेंकता है, क्यों फेंकता है? क्योंकि उसके पास इतनी लैंग्वेज नहीं होती कि वो अपने आप को एक्सप्रेस कर सके कि क्या कारण है, वो उसकी जो फीलिंग्स है वो क्यों इस तरह कर रहा है। उस समय तुम्हें बच्चे के साथ
बच्चा बनकर उसके साथ बैठ के उसको शांत करके उससे सुनना चाहिए क्या रीज़न है, प्यार से समझाना चाहिए, उसको शाउट नहीं करना चाहिए, नो येलिंग उसको करे। और उसके साथ ये भी हो सकता है कि वो जो बच्चा है उसका कारण है, उसके कोई प्रॉब्लम्स है, उसके बच्चा वो ADHD है, एंग्जाइटी है, लर्निंग डिफिकल्टीज है, ऑटिज्म है, कोई भी चीज़ हो सकती है। और तो टाइम खत्म होने वाला हैगा। तो जल्दी से बच्चे के लिए आप उसको बच्चा बनकर उसको एक अलग जगह ले जाकर उसको प्यार से समझाओ, उसकी फीलिंग्स को हर्ट ना करो, जो वो इंजॉय कर रहा है उसको टाइम आउट कर दो, ये टाइम इतने गेम के लिए है। एनीवे समय देने के लिए बहुत बहुत शुक्रिया, बहुत ही अच्छा प्रोग्राम है। मैं कहना तो बहुत चाहती थी पर समय नहीं है। थैंक यू बहुत मेहरबानी है तसी अर्चना होनी। सारे कॉलर्स का मैं बहुत बहुत दिलों तह दिल तो धन्यवादी है। जिहड़ियां कॉल्स मैं नहीं ले सके उन्होंने तो मैं एक बार फिर माफ़ी मंगदा। कई बार इन कॉलर्स जी गल हैगी विचों कट नहीं होंगी हैगी। मैं मैक्सीमम ट्राई की भी अज टू दी पॉइंट ही गल जी हैगी कॉलर्स तो सुनी जाए, पर कई बार ये होंदा भी इस समय के ही जी गल हैगी पूरी नहीं होंगी। अगले हफ्ते तुहाडे नाल मैं होर कोई इहो जिहा सब्जैक्ट लैके हाजिर होऊंगा तो मैनूं तुहाडी उस टाइम पर भी कॉल्स की यानी कि जरूरत होगी। तो जिथों यानी कि तुहानूं प्रोग्राम किद्दां लगा है जरूर मैनूं दसना, इनू किद्दां इंप्रूव किया वो बारे दसना। सी यू नेक्स्ट वीक। थैंक यू।